ਤੇ ਭਾਈ ਸੁਥਰਾ ਵੀ ਆ ਕੇ ਪਿੱਛੇ ਬਹਿ ਗਿਆ। ਤੇ ਭਾਈ ਸੁਥਰੇ ਨੇ ਵੇਖਿਆ ਵੀ ਇਹ ਤੇ ਮਹਾਰਾਜ ਦੀ ਕੋਈ ਗੱਲ ਹੀ ਨਹੀਂ ਸੁਣਨੇ, ਕੋਈ ਵਿਚਾਰ ਹੀ ਨਹੀਂ ਸੁਣਦੇ, ਕੋਈ ਬਚਨ ਹੀ ਨਹੀਂ ਸੁਣ ਰਹੇ ਮਹਾਰਾਜ ਦਾ। ਭਾਈ ਸੁਥਰੇ ਨੇ 5-7 ਮੰਦੇ ਬਚਨ ਉਹਨਾਂ ਨੂੰ ਜਰਾ ਮੋਟੇ ਹੀ ਬੋਲ ਦਿੱਤੇ। ਉਹ ਤੇ ਸਾਰੇ ਲਾਲ ਹੋ ਗਏ। ਉਹ ਕਹਿਣ ਲੱਗੇ ਭਾਈ ਤੂੰ ਸਾਨੂੰ ਬੁਰਾ ਬੋਲਦਾ। ਕਥਾ ਦੀ ਸਮਾਪਤੀ ਹੋਈ ਤੇ ਚੱਲ ਕੇ ਮਹਾਰਾਜ ਦੇ ਕੋਲ ਅੱਗੇ ਸਾਰੇ ਤੋਂ ਪਹੁੰਚ ਗਏ। ਜਿਹੜੇ ਪਹਿਲਾਂ ਪਿੱਛੇ ਬੈਠੇ ਸੀਗੇ, ਮੈਂ ਬੇਨਤੀ ਕਰਾਂ, ਕਲਾਸ ਲੱਗਦੀ ਹੁੰਦੀ ਨਾ, ਮਲੀਟਰ ਬੜਾ ਅੱਗੇ ਹੋ ਕੇ, ਮਲੀਟਰ ਹੁੰਦਾ ਤੇ ਮਨੀਟਰ ਸ਼ਬਦ ਅਸੀਂ ਮਲੀਟਰ ਆਮ ਕਰਕੇ ਵਰਤਨੇ ਨੇ। ਮਲੀਟਰ ਸਾਰਿਆਂ ਤੋਂ ਅੱਗੇ ਹੋ ਕੇ ਬੈਠਾ ਹੁੰਦਾ ਤੇ ਉਹਦਾ ਹੱਥ ਖੜਾ ਹੁੰਦਾ, ਉਹਨੂੰ ਸਭ ਕੁਝ ਆਉਂਦਾ ਹੁੰਦਾ, ਕੁਛ ਇੰਟੈਲੀਜੈਂਟ ਉਹਨੂੰ ਵਿਸ਼ਵਾਸ ਆ। ਤੇ ਜਿਹੜੇ ਮੇਰੇ ਵਰਗੇ ਹੁੰਦੇ ਉਹ ਪਿੱਛੇ ਪਿੱਛੇ ਲੁਕੀ ਜਾਂਦੇ ਆ। ਤੇ ਉਹਨੇ ਮਨ 'ਚ ਇਹ ਵੀ ਹੁੰਦਾ ਕਿ ਮੈਂ ਅਧਿਆਪਕ ਦੀ ਨਜ਼ਰ 'ਚ ਵੀ ਜ਼ਿਆਦਾ ਰਵਾਂ। ਤੇ ਜਦੋਂ ਅਸੀਂ ਸਤ ਸੰਗਤ 'ਚ ਆਉਂਦੇ ਹਾਂ ਨਾ, ਮੈਂ ਇੱਕ ਬੇਨਤੀ ਕਰਾਂ, ਲੁਕਦੇ ਸਾਰੇ ਲੁਕਦੇ ਕੱਲ ਹੁੰਦੇ ਭਾਈ। ਗੁਰੂ ਮਹਾਰਾਜ ਦੇ ਕੋਲ ਆ ਕੇ ਬੈਠਿਆ ਕਰੋ। ਸੱਜਣ ਸੱਚਾ ਪਾਤਸ਼ਾਹ ਸ਼ੇਰ ਸਾਹਾਂ ਦਾ ਸ਼ਾਹ, ਜਿਸ ਪਾਸ ਬੈਠੇ ਆ। ਪਿਛਲੇ ਬੰਨੇ ਥਾਂ ਵਧੇ ਹਾਂ, ਭਲਾ ਅਗਲੇ ਬੰਨੇ ਕਿਉਂ ਵਧੇ? ਬੇਨਤੀ ਕਰਾਂ ਵੀ ਅਗਲੇ ਬੰਨੇ ਕਿਉਂ ਥਾਂ ਵਧੇ? ਅਸੀਂ ਕੋਈ ਮਹਾਰਾਜ ਦੇ ਨਲਾਇਕ ਬੱਚਿਆਂ 'ਚ ਨਹੀਂ ਬਣਨਾ ਚਾਹੁੰਦੇ, ਮਗਰ ਨਾ ਲਾਇਕ ਬੱਚਿਆਂ ਦੇ ਵਿੱਚ ਹੋਈਏ, ਸਤ ਸੰਗਤ ਦੇ ਵਿੱਚ ਆਈਏ ਤੇ ਦਿਲ ਕਰੇ ਵੀ ਮਹਾਰਾਜ ਦੇ ਕੋਲ ਹੋ ਕੇ ਬਈਏ ਭਾਈ। ਜਦੋਂ ਮਹਾਰਾਜ ਬਾਣੀ 'ਚ ਕਹਿੰਦੇ ਵੀ ਜਿਸ ਪਾਸ ਬੈਠਿਆ, ਮਹਾਰਾਜ ਨੇ ਇਦਾਂ ਨਹੀਂ ਕਿਹਾ ਵੀ ਭਾਈ ਜੀ ਤੇ ਦੂਰ ਬੈਠੇ ਆ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ। ਭਾਈ ਜੀ ਦੇ ਪਾਸ ਬੈਠਣ ਦੇ ਨਾਲ, ਪਾਸ ਬੈਠਾਂਗੇ ਤੇ ਫਿਰ ਸੁਣਨ ਵਿੱਚ ਵੀ ਸਿਖਿਆਈ ਆ। ਉਹ ਪਿੱਛੇ ਜੋੜਿਆਂ ਦੇ ਵਿੱਚ ਚੱਲ ਜਾਓ, ਉੱਥੇ ਕੁਝ ਨਹੀਂ ਜੇ ਸੁਣਨਾ। ਇੱਥੇ ਮਹਾਰਾਜ ਦੇ ਚਰਨਾਂ 'ਚ ਪਓਗੇ ਤੇ ਸੁਣਨ ਨੂੰ ਵੀ ਜ਼ਿਆਦਾ। ਜਿਹੜੀ ਬੇਨਤੀ ਕਰ ਰਿਹਾ ਸੀ ਮੈਂ, ਗੁਰਮੁਖ ਪਿਆਰੇ, ਇਹਨਾਂ ਦੇ ਬਚਨਾਂ ਤੋਂ ਹੀ ਮਨ ਵਿੱਚ ਆ ਗਿਆ ਕਿ ਥੋੜੀ ਵਿਚਾਰ ਕਰੀਏ। ਤੇ ਗੁਰੂ ਕੇ ਪਿਆਰੇ ਮਹਾਰਾਜ ਕਹਿੰਦੇ ਨੇ ਕਿ ਕੋਲ ਆ ਕੇ ਕਹਿਣ ਲੱਗੇ ਵੀ ਮਹਾਰਾਜ ਬੜੇ ਬੁਰੇ ਬੋਲ ਬੋਲੇ ਆ ਸੁਥਰੇ ਨੇ ਅੱਜ ਸਾਨੂੰ। ਮਹਾਰਾਜ ਇਹਨੂੰ ਸਤ ਸੰਗਤ ਦੇ ਵਿੱਚ ਰਹਿਣ ਦਾ ਅਧਿਕਾਰ ਕੋਈ ਨਹੀਂ। ਤੇ ਭਾਈ ਸੁਥਰਾ ਵੀ ਕੋਲ ਆ ਕੇ ਬਹਿ ਗਿਆ। ਸਮਾਰੀ ਮਹਾਰਾਜ ਨੇ ਆਵਾਜ਼ ਵੀ ਭਾਈ ਇੱਧਰ ਆ, ਤੂੰ ਵੀ ਆ, ਤੇਰੀ ਵੀ ਕਲਾਸ ਲੱਗਣੀ ਆ। ਹਾਂਜੀ ਮਹਾਰਾਜ ਦੱਸੋ। ਕਹਿੰਦੇ ਭਾਈ ਤੂੰ ਇਹਨਾਂ ਨੂੰ ਬੁਰੇ ਬੋਲ ਬੋਲਿਆ, ਇਹਨੂੰ ਕਿ ਗਿਣ ਕੇ ਦੱਸੋ ਕਿਹੜਾ ਕਿਹੜਾ ਬੋਲਿਆ। ਉਹਨਾਂ ਨੇ 2 ਵੱਧ ਹੀ ਦੱਸੇ ਸਗੋਂ। ਜੇ ਉਹਨੇ 5 ਤੇ ਉਹਨਾਂ ਨੇ 7 ਬਣਾ ਕੇ ਤੇ ਦੱਸੇ। ਮਹਾਰਾਜ 5 ਤੇ ਉਹਦੇ ਵਾਲੇ ਗਿਣ ਦਿੱਤੇ ਤੇ 2 ਆਪਣੇ ਕੋਲੋਂ ਵੀ ਲਾ ਦਿੱਤੇ ਨਾਲ ਵੀ ਮਹਾਰਾਜ ਇਹਨੇ ਆ ਸਾਨੂੰ ਬੁਰੇ ਬੋਲ ਬੋਲੇ ਆ। ਤੇ ਭਾਈ ਸੁਥਰੇ ਸਾਹਿਬ ਕਹਿੰਦਾ ਮਹਾਰਾਜ ਹੁਣ ਇਹਨਾਂ ਕੋਲ ਪੁੱਛੋ ਵੀ ਭਾਈ ਇਹਨਾਂ ਨੇ ਕਥਾ ਦੇ ਵਿੱਚ ਕੀ ਕੀ ਸੁਣਿਆ ਹੈ ਅੱਜ, ਤੁਹਾਂ ਇੰਨਾ ਸਮਾਂ ਕਥਾ ਕੀਤੀ ਆ। ਉਹ ਕਹਿੰਦੇ ਕਥਾ ਤੇ ਅਸੀਂ ਸੁਣੀ ਕੋਈ ਨਹੀਂ, ਉਹ ਤੇ ਸਾਨੂੰ ਕੋਈ ਬਚਨ ਕੋਈ ਯਾਦ ਹੀ ਨਹੀਂ। ਮਹਾਰਾਜ ਦੇ ਕੋਲੋਂ ਪੁੱਛਿਆ ਸਿੱਧਾਂ ਨੇ ਵੀ ਮਹਾਰਾਜ ਤੁਹਾਡਾ ਗੁਰੂ ਕੌਣ ਆ? ਕਵਣ ਗੁਰੂ ਜਿਸ ਕਾ ਤੂੰ ਚੇਲਾ। ਤੇ ਆਮ ਕਰਕੇ ਗੱਲ ਅਸੀਂ ਕਹਿ ਦਿੰਦੇ ਕਿ ਅਸੀਂ ਕਹਿੰਦੇ ਵੀ ਸਾਡਾ ਗੁਰੂ ਜਿਹੜਾ ਉਹ ਸ਼ਬਦ ਵਾ। ਸ਼ਬਦ ਗੁਰੂ ਜ਼ਰੂਰ ਆ ਗੁਰੂ ਕੇ ਪਿਆਰਿਓ, ਪਰ ਚੇਲਾ ਕੌਣ ਆ? ਚੇਲਾ ਸੁਰਤ ਵਾ, ਤੇ ਸੁਰਤ ਦਾ ਸੰਬੰਧ ਸੁਣਨ ਦੇ ਨਾਲ ਆ। ਗੱਜ ਕੇ ਆਖੋ ਸਤਨਾਮ। ਸ਼ਬਦ ਗੁਰੂ ਸੁਰਤ ਧੁਨ। ਤੇ ਤਾਂ ਹੀ ਤੇ ਮਹਾਰਾਜ ਅੰਮ੍ਰਿਤ ਵੇਲੇ ਸਾਨੂੰ ਰੋਜ਼ ਆਵਾਜ਼ ਦਿੰਦੇ ਨੇ, ਇਹ ਸਰਵਣੋ ਮੇਰੇ ਹੋ ਸੱਚ ਹੈ ਸੁਣਨੇ ਨੂੰ ਪਠਾਏ। ਸੱਚ ਹੈ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਜਿੱਤ ਸੁਣੀ, ਵੇਖੋ ਹੁਣ ਧਿਆਨ ਦਿਓ ਬਚਨ ਹੈ, ਜਦੋਂ ਅਸੀਂ ਪੜ੍ਹ ਕੇ ਲੰਘ ਜਾਂਦੇ ਨੇ ਏਦਾਂ ਹੀ ਲੰਘ ਗਏ ਉੱਤੋਂ। ਜਿੱਤ ਸੁਣੀ ਮਨ ਤਨ। ਹੁਣ ਮੈਨੂੰ ਇਹ ਮੈਂ ਬੇਨਤੀ ਕਰਾਂਗਾ, ਤੁਸੀਂ ਗੁਰੂ ਕੀ ਪਿਆਰੀ ਸਤ ਸੰਗਤ ਬੈਠੇ ਹੋ, ਦਰਖਤ ਬਹੁਤ ਵੱਡਾ, ਪਾਣੀ ਕਿੱਥੇ ਪਾਈਦਾ? ਪੱਤਿਆਂ ਨੂੰ, ਉਹਦੀਆਂ ਜੜ੍ਹਾਂ ਨੂੰ ਪਾਣੀ ਪਾਈਦਾ। ਪਾਣੀ ਜੜ੍ਹਾਂ ਨੂੰ ਪਾਇਆ ਤੇ ਸਾਰਾ ਹੀ ਦਰਖਤ ਹਰਿਆ ਭਰਿਆ ਹੋ ਗਿਆ। ਹੁਣ ਮੈਂ ਇੱਕ ਵਾਰਤਾ ਸੁਣੀ ਕਿ ਮਾਤਾ ਨੇ ਕਿਤੇ ਬਿਮਾਰ ਪੈ ਗਈ ਤੇ ਕਹਿਣ ਲੱਗੀ ਬਗੀਚਾ ਬਹੁਤ ਗਮਲੇ ਸੋਹਣੇ ਬਣਾਏ ਨੇ, ਮੈਂ ਬੜੀ, ਤੇ ਪੁੱਤਰ ਨੂੰ ਕਹਿਣ ਲੱਗੀ ਵੀ ਇਹਦਾ ਧਿਆਨ ਰੱਖਣਾ ਹੁਣ ਤੂੰ, ਮੈਂ ਬਿਮਾਰ ਬਹੁਤ ਜ਼ਿਆਦਾ, ਮੇਰੇ ਕੋਲ ਪਾਣੀ ਨਹੀਂ ਪਾਇਆ ਜਾਂਦਾ। ਉਹ ਕਹਿੰਦਾ ਮਾਂ ਚਿੰਤਾ ਨਾ ਕਰ, ਮੈਂ ਇੰਨਾ ਪਾਣੀ ਪਾਵਾਂਗਾ ਵੀ ਇੰਨਾ ਤੂੰ ਵੇਖੀ ਜਾਈ।
उन्हें बाहर बगीचा मां को उठ के ना जाया जाए तो उन्हें की करना, उन्हें गमला फड़ना, पानी की बाल्टी रखी होनी, उन्हें उल्टा करके वो डोबना, वो पत्ते गिले करने तो उन्हें रख देना। वो जो 15 कुछ दिन बाद होए तो मां ने की वेख्या भी जिन्ने बूटे सब सुके पे ने। मां कह लगी भी पानी दिंदा रहा, कह लगा मां पानी पानी च तो मैं निभालदा रहा इन्हों, देण दी तो गल ही छड्डो तुसीं। वो कहती भी पुत्र बूटे तो सारे जिन्ने ने वो सुक गए ने, इन्हां दी जड़ां नूं पानी पाया कित्थे पाया? कह लगे ने पत्तियां नूं पाउंदा रहा मैं। जिहड़ी बेनती कर लगा महाराज कहते जित सुनी मन तन हरिया होवा, सुनिया कन्नां दे नाल वा ते हरिया की हो गया? मन तन। हुण बेनती करा कौड़ा बचन सुन लो ते बंदे दे रोंगटे खड़े हो जाते आ। सुनने दे विच किन्नी ताकत वा। कौड़ा बचन कोई करदे ना ते बंदे दे रोंगटे खड़े हो जाते आ भी बारा बचन अखां लाल हो गई, कुछ सुनिया गया कन्ना राही अंदर इन्हां सरवणा दे राही। गुरु के प्यारिओ सरवण जिहड़ा कि नहीं सरवण भगती ये सब तो भगती उत्तम भगती दे विच गिणी जाती। महाराज कहते बहुती मेहनत ही ना कर, तू कला संगत दे विच आके बह जा, गज के आखो सतनाम। आपे कथावाचक पढ़ते रहणगे, वाजियां वाले मेरे भरा सिखते रहणगे, तैनू मेहनत करन दी लोड़ नहीं, तैनू आपे ही किरपा आ जूगी। तैनू नहीं याद करना पैना कि ये सरवणों मेरे हो सच्च है सुनने नू पठाए, सच्च है सुनने नू पठाए शरीर लाए। सुनो सत बाणी जित सुनी मन तन हर हरिया होवा रसना सच समाणी। सच अलख विडाणी। गुरु के प्यारो अलख दी विडाणी तुहानू मिल जानी आ केवल सुन दे नाल ही। गज के एक बारी फिर आखो सतनाम श्री। सुन दियां इन्नियां वड्डियां वडियाइयां ने ना गुरु के प्यारिओ, इन्नियां वड्डियां वडियाइयां ने केवल सुन दे नाल ही। अज जिन्हां दा दिहाड़ा मना रहे भगत सैन जी, ते पहला बचन भाई गुरदास साहब पता की करदे उन्हां दे बारे विच, कहंदे सुन प्रताप कबीर दा, दूजा सिख होआ सैन नाई। कहंदे भी कबीर दे बारे दे विच उन्हें सुनिया भी कबीर नूं नदी दे विच डोबण लगा राजा बादशाह कांसी दा, ते उन्होंने जंजीरां दे विच बन के ते नदी दे विच जदों सुट्टिया ना, ते गंगा दे विच जदों सट्टिया, ते कबीर साहब गुरबाणी दे विच लिखदे ने बचन, गंगा की लहर मेरी टुटी जंजीर, मृगशाला पर बैठे कबीर। उन्होंने तो डोबण वास्ते सुट दिता विच, पर कहंदे ने इहो जी अजब खेड कबीर साहब पानी दे उत्ते जल दे उत्ते एवें मृगशाला दे उत्ते बैठे ने, मिर्ग दी चमड़ी दे उत्ते पूरी दे उत्ते ऐ बैठे ने जिवें फर्श दे उत्ते, जिवें जमीन दे उत्ते बैठे होण। गज के आखो सतनाम श्री। सारी नगरी दे विच कबीर साहब दा प्रताप फैल गया। हाथी लिआंदा, कहंदे हाथी दे थल्ले कुचल दो। कहंदे ने जदों हाथी सामने लिआंदा कबीर साहब दे ते हाथी रज्जिया मੱਧ दे नाल, ते काजी कहंदा भी झाड़े दे उत्ते हाथी, ते कहंदे ने भी हाथी सलाम करदा सुंड हेठां सुट के। ते कबीर दा प्रताप सारी नगरी दे विच फैल गया। सारी नगरी दे विच कबीर कबीर हो गया गुरु के प्यारिओ। ते कबीर साहब दा प्रताप किन्ने सुनिया? कहंदे भगत सैन जी ने कन्नां दे विच कबीर साहब दा प्रताप पिया। गज के आखो सतनाम श्री। कबीर कबीर साहब दा प्रताप कहण लगे भी कबीर साहब दा प्रताप किन्ना का? कहंदे कबीर मन निर्मल भया। ध्यान देना, कबीर सुनिया उन्होंने भी रब भी आंदे कबीर साहब दे पिछे पिछे तुरिया फिरदा। कबीर मन निर्मल पिया। आ जिन्नी खेड़ बैठी है ना सारी साडे मनां दी, मैं बेनती करा इक्को गल दे उत्ते बैठी जाओ। भावें कोई लंगर दे विच भांडे मांज रिहा जे, भावें संगत दे विच बैठ के कथा सुन रिहा जे,
ਭਾਵੇਂ ਦਾਸ ਸਟੇਜ ਤੇ ਬੈਠਾ ਗੁਰੂ ਨਾਨਕ ਦੇ ਚਰਨਾਂ 'ਚ ਕਥਾ ਕਰ ਰਿਹਾ ਜੇ, ਜਿੱਥੇ ਜਿੱਥੇ ਵੀ ਜਿਹੜਾ ਬੈਠਾ ਨਾ, ਪਤਾ ਕਾਹਦੇ ਵਾਸਤੇ ਬੈਠਾ? ਗੁਰੂ ਦੇ ਬਚਨ ਅੰਦਰ ਆਉਣ ਤੇ ਮੇਰਾ ਮਨ ਸਾਫ਼ ਹੋ ਜਾਏ। ਮਨ ਕਾਹਦੇ ਨਾਲ ਲਿਬੜਿਆ ਪਿਆ ਵਾ? ਕਿਹਦੇ ਨਾਲ ਇੰਨਾ ਮੈਲਾ ਹੋਇਆ ਪਿਆ? ਕਾਮ ਦੇ ਨਾਲ, ਕ੍ਰੋਧ ਦੇ ਨਾਲ, ਲੋਭ ਦੇ ਨਾਲ, ਮੋਹ ਦੇ ਨਾਲ, ਹੰਕਾਰ ਦੇ ਨਾਲ, ਈਰਖਾ ਦੇ ਨਾਲ, ਤ੍ਰਿਸ਼ਨਾ ਦੇ ਨਾਲ, ਦਵੈਸ਼ ਦੇ ਨਾਲ। ਤੇ ਸਤ ਸੰਗਤ ਵਿੱਚ ਲਿਆ ਕੇ ਬਿਠਾ ਦਿੱਤਾ ਕਿ ਮਨ ਨਿਰਮਲ ਹੋ ਜਾਵੇ। ਗੱਜ ਕੇ ਆਖੋ ਸਤਨਾਮ। ਕਿਵੇਂ ਨਾ ਮਨ ਨਿਰਮਲ ਹੁੰਦਾ? ਮੈਂ ਬੇਨਤੀ ਕਰਾਂ, ਮਨ ਨਿਰਮਲ ਕਿਵੇਂ ਹੁੰਦਾ? ਮਹਾਰਾਜ ਕਹਿੰਦੇ ਪ੍ਰਭ ਕੈ ਸਿਮਰਨ ਮਨ ਕੀ ਮਲ। ਕੱਲ ਬੈਠੇ ਨੇ ਮੇਰੇ ਮਨ 'ਚ ਬੈਠਦਿਆਂ ਵਿਚਾਰ ਆ ਗਿਆ, ਮਹਾਰਾਜ ਸਾਂਝਾ ਸੰਗਤ ਨਾਲ ਕੀਤਾ, ਮੈਂ ਤੁਹਾਡੇ ਨਾਲ ਵੀ ਕਰਨਾ ਚਾਹਾਂਗਾ। ਆ ਸੰਗਤ 'ਚ ਬੈਠੇ ਜੋ ਨਾ, ਤੇ ਇੱਕ ਵਾਰੀ ਆਖੋ ਸਤਨਾਮ ਸ਼੍ਰੀ, ਇੱਕ ਵਾਰੀ ਫੇਰ ਗੱਜ ਕੇ ਆਖੋ ਸਤਨਾਮ ਸ਼੍ਰੀ, ਇੱਕ ਵਾਰੀ ਫੇਰ ਆਖੋ ਸਤਨਾਮ ਸ਼੍ਰੀ। ਆ ਤੁਹਾਡੇ ਮੁਖ 'ਚੋਂ ਪ੍ਰਮਾਤਮਾ ਦਾ ਨਾਮ ਨਿਕਲਿਆ ਨਾ, ਤੇ ਗੁਰੂ ਅਰਜਨ ਦੇਵ ਸਾਹਿਬ ਦਾ ਕੀ ਬਖਸ਼ਣ ਕਰਦੇ ਨੇ? ਕਹਿੰਦੇ ਨੇ ਸਿਮਰਨ ਤੇ ਲਾਗੇ ਜਿਨ ਆਪ ਦਇਆਲਾ। ਜਿਹਦੇ ਮੁਖ ਦੇ ਵਿੱਚੋਂ ਵਾਹਿਗੁਰੂ ਦਾ ਨਾਮ ਲਿਖਣ ਲੱਗ ਪਿਆ ਨਾ, ਕਹਿੰਦੇ ਸਮਝ ਲਓ ਉਹਦੇ ਤੇ ਰੱਬ ਦਿਆਲ ਹੋ ਗਿਆ ਜੀ। ਕਿਰਪਾ ਦੀ ਨਿਸ਼ਾਨੀ ਕੀ ਆ? ਜਿਸ ਦੇ ਮੁਖ ਦੇ ਵਿੱਚੋਂ ਪ੍ਰਮਾਤਮਾ ਦਾ ਨਾਮ ਉਚਾਰਨਾ ਸ਼ੁਰੂ ਹੋ ਗਿਆ ਨਾ, ਜਿਹੜਾ ਘਰ ਦੇ ਵਿੱਚ ਚੌਂਕੜਾ ਮਾਰ ਕੇ ਬਹਿ ਜਾਂਦਾ ਤੇ ਮੁਖ ਚੋਂ ਕਹਿੰਦਾ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਕੇ ਪਿਆਰਿਓ, ਆ ਰਸਨਾ ਨੂੰ ਵਾਹਿਗੁਰੂ ਕਹਿ ਰਹੇ ਹੋ ਨਾ, ਤੇ ਗੁਰਬਾਣੀ ਕਹਿੰਦੀ ਸਿਮਰਨ ਕਰਦਿਆਂ ਪ੍ਰਭ ਜੀ ਬਸੈ ਸਾਧਕੀ। ਜਿਹੜਾ ਜਪਣ ਲੱਗਦਾ ਪਵਿੱਤਰ ਹੋ ਜਾਂਦਾ ਨਾ, ਮਹਾਰਾਜ ਕਹਿੰਦੇ ਪ੍ਰਮਾਤਮਾ ਉਹਦੀ ਰਸਨਾ ਦੇ ਉੱਤੇ ਆ ਕੇ ਬਹਿ ਜਾਂਦਾ। ਉਹਦੇ ਮੁਖ ਚੋਂ ਕੋਈ ਬਚਨ ਨਿਕਲੇ, ਉਹ ਬਚਨ ਪੂਰਾ ਹੁੰਦਾ। ਜਿਹੜੀ ਬੇਨਤੀ ਕਰ ਰਹੇ ਹਾਂ, ਜਪਣ ਦੇ ਨਾਲ ਹੀ ਕਹਿੰਦੇ ਕਬੀਰ ਸਭ ਦਾ ਮਨ ਨਿਰਮਲ ਹੋ ਗਿਆ। ਤੇ ਉਹ ਕਿਵੇਂ ਨਿਰਮਲ ਹੋਇਆ? ਕਬੀਰ ਸੋਈ ਮੁਖ ਧਨ ਹੈ, ਜਿਹ ਮੁਖ ਕਹੀਐ ਰਾਮ ਦੇਹੀ ਕਿਸ ਕੀ ਬਾਪੁਰੀ ਪਵਿੱਤਰ ਹੋਏਗੋ ਗ੍ਰਾਮ। ਕਹਿੰਦੇ ਸਰੀਰ ਦੀ ਕਿਹੜੀ ਗੱਲ ਕਰਨੇ ਤੁਸੀਂ? ਜਪਣ ਵਾਲਾ ਤੇ ਜਿੱਥੇ ਪੈਰ ਰੱਖਦੇ ਉਹ ਵੀ ਧਰਤੀ ਪੂਜਣ ਵਾਲੀ ਹੋ ਜਾਂਦੀ ਹੈ। ਗੱਜ ਕੇ ਆਖੋ ਸਤਨਾਮ। 860 ਤੀਰਥ ਜੇ ਸਾਧ ਪੱਗ ਧਰੈ। ਗੁਰਬਾਣੀ ਚੋਂ ਬਚਨ ਪੜਿਆ, ਕਹਿੰਦੇ ਲੋਕ ਗੰਗਾ 'ਚ ਇਸ਼ਨਾਨ ਕਰਨ ਜਾਂਦੇ ਨੇ, ਜਮਨਾ 'ਚ ਇਸ਼ਨਾਨ ਕਰਨ ਜਾਂਦੇ ਨੇ, ਗੋਦਾਵਰੀ 'ਚ ਇਸ਼ਨਾਨ ਕਰਨ ਜਾਂਦੇ ਨੇ, ਤੇ ਗੁਰੂ ਰਾਮਦਾਸ ਪੁੱਛਦੇ ਨੇ ਵੀ ਗੰਗਾ ਤੂੰ ਵੀ ਕੁਝ ਲੋਚਦੀ ਆ? ਕਹਿੰਦੀ ਹਾਂ ਮੈਂ ਵੀ ਲੋਚਦੀ ਹਾਂ। ਹੇ ਗੋਦਾਵਰੀ ਤੂੰ ਵੀ ਕੁਝ ਲੋਚਦੀ, ਲੋਕ ਤੇਰੇ 'ਚ ਇਸ਼ਨਾਨ ਕਰਨ ਆਉਂਦੇ ਨੇ। ਹੇ ਸਰਸਵਤੀ ਲੋਕ ਤੇਰੇ 'ਚ ਇਸ਼ਨਾਨ ਕਰਨ ਆਉਂਦੇ, ਤੂੰ ਕੁਝ ਲੋਚਦੀ ਆ? ਕਹਿੰਦੀ ਹਾਂ ਮੈਂ ਵੀ ਲੋਚਦੀ ਆ। ਕਹਿੰਦੇ ਵੀ ਕੀ ਲੋਚਦੀ ਆ? ਕਹਿੰਦੀ ਪਤਾ ਨਹੀਂ ਕਰੋੜਾਂ ਹੀ ਪਾਪੀ ਮੇਰੇ ਵਿੱਚ ਆ ਕੇ ਇਸ਼ਨਾਨ ਕਰਦੇ ਨੇ ਤੇ ਮੈਨੂੰ ਮੈਲਾ ਕਰਕੇ ਰੱਖ ਦਿੱਤਾ। ਗੰਗਾ ਜਮਨਾ ਗੋਦਾਵਰੀ ਤੇ ਕਰੇ ਉਦਮ ਧੂੜ ਸਾਧੂ ਕੀ ਤਾਈ। ਕਿਲ ਵਿਖ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂੜ ਗਵਾਈ। ਗੱਜ ਕੇ ਆਖੋ ਸਤਨਾਮ। ਕਹਿੰਦੇ ਨੇ ਕੋਈ ਜਪਣ ਵਾਲਾ ਮੇਰੇ ਵਿੱਚ ਆਪਣਾ ਚਰਨ ਰੱਖ ਜੇ। ਵੇਖੋ ਕਿੱਡੀ ਵਡਿਆਈ ਆ ਗੁਰੂ ਕੇ ਪਿਆਰਿਓ ਜਪਣ ਵਾਲੇ ਨੂੰ। ਤੇ ਮਹਾਰਾਜ ਕਹਿੰਦੇ ਨੇ ਸਿਮਰਨ ਤੇ ਲਾਗੇ ਜਿਨ ਆਪ ਦਿਆਲਾ। ਤੇਰੇ ਜਪਣ ਲੱਗੇ ਹੀ ਆ। ਵਡਿਆਈ ਵੇਖੋ ਅੱਗੇ, ਸਿਮਰਨ ਤੇ ਲਾਗੇ ਜਿਨ ਆਪ ਦਿਆਲਾ। ਨਾਨਕ ਜਨ ਕੀ ਮਹਾਰਾਜ ਕਹਿੰਦੇ ਉਹਦੀ ਰਵਾਲਾ ਚਾਹੀਦੀ, ਉਹਦੇ ਚਰਨਾਂ ਦੀ ਧੂੜ ਚਾਹੀਦੀ ਆ, ਜਿਹਦੇ ਮੁਖ 'ਚ ਉਚਾਰਨ ਹੁੰਦਾ ਸਤਨਾਮ ਸ਼੍ਰੀ।
सतनाम श्री सतनाम श्री। इन्नी जपण की वडियाई आ। जपना कादे लई आ? हुण भी बेनती है भी जपना कादे लई आ? गुरमुख प्यारे बड़ा सोहना एक बचन इन्हां कीता भी जे सुणदे नहीं ना, हुण बेनती करिए कि प्रशादे का थाल भर के ते सामने रखिया ते प्रशादे दे विचों निवाला तोड़िया ते एक एह कंन नूं सुੱਟ दिता, दूजा तोड़िया ते इधर नूं सुੱਟ दिता, तीजा तोड़िया ते इधर नूं सुੱਟ दिता, चौथा तोड़िया ते इधर नूं। थल्ले थाल खाली हो गया, थल्ले थाल खाली हो गया। शरीर अजे भुखा दा भुखा ही फिरन दिया। क्यों? अंदर नहीं गया। मुख तो ते क्या सतनाम श्री सतनाम श्री, पर सुनिया ही नहीं। ये कह कन राही कढ़दा, इधर ली कढ़दा। कबीर साचा सतगुर क्या करे, जो सिखा मैं चूक। अंधे एक न ला गई, जो बांस बजाइया फूक। कहते ने बांस दे विच छेक आ, ओनू फूक मारो तो इधरों हवा पई तो दूजे बन्ने ओदी निकल गई। जिदे अंदर ही नहीं कुछ टिकिया तो वह रजूगा किवें गुरु के प्यारिओ। जदों अंदर सुनना जाऊगा ना ते अंदर तृप्त होना शुरू हो जाएगा। संगत विच क्यों करनी, संगत विच क्यों आउणा। महाराज कहते सुनिया सिद्ध पीर सुरनाथ, सुनिया धरत धवल आकाश, सुनिया दीप लो पाताल, सुनिया पोहे ना सकै काल। नानक भगता सुनिया दुख। महाराज जी कोई पौड़ी लिख देंगे हाँ, कहते नहीं किन्नियां सुनदियां वडियाइयां कर रहे, 4 पौड़ियां लिखियां ते 4 सुनदियां ते उहदे तो बाद 4 अगलियां कादियां मनण दियां। ते उहदे तो बाद जिन्हें सुन के ते मन लिया तो उहदे वास्ते महाराज कहते ने पंच प्रवान पंच प्रधान, पंचे पावे दरगे मान, पंचे सोहे दारा जान। पंचा का गुर वेखो किड्डी वडियाई कीती महाराज, जिन्होंने सुन के सुनिया मनिया मन कीता, भाओ अंतरगत तीर्थ मल नहाओ। अंदर नहाउण हो जाता जो किते कोई परमात्मा दे प्यारे दी वारता सुन के ते अंदर दे विच वो चीज़ वस जावे ना। मैं ना एक किताब पढ़दा पिया सी, ਉਹਦੇ 'ਚ मैं एक बचन पढ़िया मुसलमान नाल संबंधित। फकीर कहते बंदगी बैठा करे, फकीर नूं बंदगी करदिआं नूं बड़ा साल हो गए, कई साल हो गए। एक फकीर होर भी बंदगी करदा सी उत्थे। वो कहण लगा मेरे नालों भी कोई वड्डा फकीर हैगा, मैं बड़ी बंदगी करदा रब दी। उन्हें कहा फकीर बड़े ने, आवाज़ आई भी फकीर बड़े ने। ओ जिहड़ा फकीर एक लत्त दे उत्ते खड़ा बंदगी करदा देसता ना, पता क्यों करदा पिया ई? कहण लगे क्यों? कहते परमात्मा की बंदगी बड़ी शिद्दत नाल करदा पिया सी ते एक दिन मन दे विच कोई विकार आ गया ते कदम पुट बैठा। कदम जदों पुटिया ना ते मन दे विच आया भी मना इन्नी बंदगी, इन्नी बाणी, इन्ना रब दा नां, ते बुरे बन्ने नूं कदम तुर गया। कहंदे ने लत्त वड्ढ के ते अज दा खलोता उत्थे। गज के आखो सतनाम श्री। कहण लगे लत्त वड्ढ के अपनी एक लत्त दे भार अज भी उत्थे खलोता कि हे परमात्मा मैनू बख्श दे, मेरे मन दे विच ही विचार क्यों आ गया। गज के आखो सतनाम श्री सतनाम श्री। जदों महान लोगों के जीवन पढ़ी दे ना गुरु के प्यारे, एक मैं होर उस किताब दे विच एक बचन पढ़िया। कहंदे ने मुरशद दे दर दे उत्ते ना कुत्ते दे कोल बैठे रहना। 12 साल वजीद खान कुत्ते दे कोल बैठा रहा, बड़ा तगड़ा सिपा सलार सी। कहंदे 20 बंदियां दे उत्ते कल्ला तलवार लैके भारू सी, भावें योधे गड़ी खड़े होण, पर मन दे विच सैनापति सी फौज दा। वजीद खान दे मन विच वैराग आ गया। ਉਹਦਾ ਤੁਸੀਂ ਆਮ ਇੱਕ ਦੋਹਾ ਪੜ੍ਹਦੇ ਹੋ, ਇੱਕ ਨਾ ਦੇ ਕਰ ਪੁੱਤ ਪੁੱਤਾਂ ਘਰ ਪੋਤਰੇ, ਇੱਕ ਨਾ ਦੇ ਕਰ ਧੀਆਂ ਧੀਆਂ ਘਰ ਦੋਤਰੇ, ਇੱਕ ਨਾ ਦੇ ਕਰ ਇੱਕ ਉਹ ਵੀ ਜਾਵੇ ਮਰ, ਕਿਹੜਾ ਆਖੇ ਵਜੀਦਾ ਸਾਹਿਬ ਨੂੰ ਇੰਜ ਨਾ ਤੂੰ ਇੰਜ ਕਰ। ਵਜੀਦ ਦਾ ਤੁਸੀਂ ਇਹ ਦੋਹਾ ਆਮ ਸੁਣਦੇ ਜੋ। ਉਹ ਕਹਿੰਦੇ ਵੀ ਕੁੱਤੇ ਦੇ ਕੋਲ 12 ਸਾਲ ਬੈਠਾ ਰਿਹਾ ਤੇ 12 ਸਾਲ ਉਹਨੇ ਕੁਝ ਨਹੀਂ ਮੰਗਿਆ ਆਪਣੇ ਮਾਲਕ ਦੇ ਕੋਲੋਂ।
क्योंकि बंदगी वालियां दी बचन हो रहे, मैं इस करके विचार कहते 12 साल कुछ नहीं मंगया तो एक दिन गुरु ने ਪ੍ਰੀਖਿਆ ਲੈ ਲਈ। बड़ा ਵੱਡਾ मेला लगा दरबार ਉਹਦੇ ਦੇ ਵਿੱਚ ਤੇ साहब बैठे ने, ये भी अगे होके बैठा। गुरु ने इन्हू उठा लिया उपर ते गुरु ने धक्के मारने शुरू कर दिते, निकल जा इथों। नाले मंदे बोल बोलने शुरू कर दिते। वो बुरे बोल बोले तो कदमां दे विच डिग पे, वो धक्के मारे तो फिर कदमां दे विच डिग पे कि मेरा तेरे तो बिना कोई नहीं, मैं कित्थे जावां। बाणी भी कहंदी किस ही कोई कोई मांझन माणी एक तू, क्यों ना मरीजा रोए जा लग चेतन आया बई। वो कहंदे धक्के मार के कढ़दा पिया, कहंदे नहीं मैं किते जा नहीं सकदा, तुहाडे तो बिना मेरा कोई है ही नहीं। जदों धक्के मार मार के बाहर कढ़दे पए ने ना, ते जदों बड़ी बेइज्जती हो गई, सारियां दे विच लगा भी बड़ी हुण इहदी बेइज्जती हो गई है। ਉਹਨੂੰ ਕਹਿੰਦੇ ਵੀ ਭਾਈ ਇੱਕ ਗੱਲ ਦੱਸ, ਤੈਨੂੰ ਧੱਕੇ ਮਾਰੇ ਤੇ ਤੈਨੂੰ ਫੇਰ ਵੀ ਨਹੀਂ ਲੱਗਦੀ। ਉਹਨੇ ਅੱਗੋਂ ਪਤਾ ਕੀ ਬਚਨ ਕੀਤਾ, ਕਹਿੰਦਾ ਮਹਾਰਾਜ ਜਿੰਨਾ ਮੇਰੇ ਅੰਦਰ ਦਵੈਸ਼ ਵਾ ਨਾ, ਜਿੰਨਾ ਮੇਰੇ ਅੰਦਰ ਗੁਨਾਹ ਵਾ, ਤੁਸੀਂ ਮੈਨੂੰ ਧੱਕੇ ਮਾਰ ਕੇ ਬਖਸ਼ੀ ਜਾ ਰਹੇ ਹੋ, ਮੇਰੀ ਜਾਨ ਕਿਉਂ ਨਹੀਂ ਲਈ। ਗੱਜ ਕੇ ਆਖੋ ਸਤਨਾਮ। ਮੈਨੂੰ ਤੇ ਬਖਸ਼ਣਾ ਨਹੀਂ ਚਾਹੀਦਾ, ਮੈਨੂੰ ਤੇ ਬਖਸ਼ਣਾ ਨਹੀਂ ਚਾਹੀਦਾ, ਤੇ ਤੁਸੀਂ ਮੈਨੂੰ ਬਖਸ਼ ਰਹੇ ਜੋ, ਇਹਦੇ ਤੋਂ ਵੱਡੀ ਹੋਰ ਕੀ ਹੋ ਸਕਦੀ ਆ। ਗੁਰੂ ਕੇ ਪਿਆਰਿਓ, ਜਦੋਂ ਪ੍ਰਮਾਤਮਾ ਦੇ ਪਿਆਰਿਆਂ ਦੀ ਬਾਤ ਸੁਣੀ ਦੀ ਹੈ ਨਾ, ਤੇ ਮਨ ਦੇ ਵਿੱਚ ਇੱਕ ਵਿਚਾਰ ਆਉਂਦਾ ਫਿਰ ਕਿ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ। ਆਕਾਸ਼ ਵਰਗੇ ਜਿਹੜੇ ਪ੍ਰਮਾਤਮਾ ਦਾ ਰੂਪ ਹੋ ਗਏ ਨੇ, ਉਹਨਾਂ ਦੀ ਗੱਲ ਸੁਣ ਕੇ ਸਾਡੇ ਵਰਗੇ ਕੀਟਾਂ ਦੇ ਵਿੱਚ ਵੀ ਉਹਨਾਂ ਦੀ ਰੀਸ ਕਰਨ ਦੀ ਚਾਹ ਜਗ ਜਾਵੇ। ਗੱਜ ਕੇ ਆਖੋ ਸਤਨਾਮ ਸ਼੍ਰੀ। ਕਿਉਂਕਿ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ ਨਾ। ਪਰਮਾਤਮਾ ਦੇ ਦਰ ਦੀਆਂ ਕਹਾਣੀਆਂ ਗੁਰੂ ਕੇ ਪਿਆਰਿਓ ਪੁੱਤਰਾਂ ਤੋਂ ਸਪੁੱਤ ਬਣਾ ਕੇ ਰੱਖ ਦਿੱਤੀਆਂ ਨੇ। ਪੁੱਤਰ ਵੀ ਚੰਗਾ ਹੁੰਦਾ, ਕਪੁੱਤ ਤੇ ਵੈਸੇ ਮਾੜਾ ਹੁੰਦਾ। ਪੁੱਤਰ ਆਮ ਹੀ ਲਾ ਦਿੰਦੇ ਨੇ, ਪਰ ਸਪੁੱਤਰ ਸੋਹਣਾ ਪੁੱਤ ਬਣਾ ਕੇ ਰੱਖ ਦਿੰਦੇ ਆ। ਆਪਣੇ ਵੱਡਿਆਂ ਦੀਆਂ ਕਥਾ, ਅੱਜ ਭਗਤ ਸੈਣ ਜੀ ਦਾ ਦਿਹਾੜਾ ਮਨਾ ਰਹੇ ਹੋ, ਪ੍ਰਤਾਪ ਸੁਣਿਆ ਕਬੀਰ ਸਾਹਿਬ ਜੀ ਦਾ, ਵੀ ਕਬੀਰ ਸਾਹਿਬ ਦਾ ਇੰਨਾ ਵੱਡਾ ਪ੍ਰਤਾਪ, ਤੇ ਫਿਰ ਕਰਨਾ ਕੀ ਸ਼ੁਰੂ ਕਰ ਦਿੱਤਾ ਗੁਰੂ ਕੇ ਪਿਆਰਿਓ, ਪ੍ਰੇਮ ਭਗਤ ਰਾਤੀ ਕਰਿਆ ਭਲਕੈ ਰਾਜ ਦੁਆਰੇ ਜਾਈ। ਫਿਰ ਰਾਤ ਨੂੰ ਸੌਂਦਾ ਨਹੀਂ, ਸਾਰੀ ਰਾਤ ਜਾਗ ਕੇ ਤੇ ਪ੍ਰਮਾਤਮਾ ਦੀ ਬੰਦਗੀ ਕਰਦਾ, ਤੇ ਸਵੇਰੇ ਥੋੜਾ ਬਹੁਤਾ ਕਿਤੇ ਅੱਖ ਲਾ ਕੇ ਤੇ ਤੁਰ ਪੈਂਦਾ। ਕਿਆ ਸਵਣਾ ਕਿਆ ਜਾਗਣਾ ਗੁਰਮੁਖ ਤੇ ਪ੍ਰਮਾਣ। ਗੁਰਮੁਖ ਵਾਸਤੇ ਕੀ ਸੌਣਾ ਤੇ ਕੀ ਜਾਗਣਾ ਗੁਰੂ ਕੇ ਪਿਆਰਿਓ। ਬੇਨਤੀ ਕਰਾਂ, ਮਹਾਰਾਜ ਬਾਣੀ ਕਹਿੰਦੇ ਫਰੀਦਾ ਪਿਛਲ ਰਾਤ ਨਾ ਜਾਗਿਓ। ਧਿਆਨ ਦੇਣਾ ਇੱਥੇ ਬਚਨ ਵਾਲਾ ਕਹਿੰਦੇ ਨੇ, ਫਰੀਦਾ ਪਿਛਲ ਰਾਤ ਨਾ ਜਾਗਿਓ ਜੀਵਨ ਦੇ ਆਮ ਹੋਇਓ ਹੈ। ਜਿਹੜਾ ਬੰਦਾ ਅੰਮ੍ਰਿਤ ਵੇਲੇ ਉੱਠ ਕੇ ਬੰਦਗੀ ਨਹੀਂ ਨਾ ਕਰਦਾ, ਮਹਾਰਾਜ ਕਹਿੰਦੇ ਜੀਂਦਾ ਹੀ ਮੁਰਦਾ ਵਾਂ। ਗੱਜ ਕੇ ਆਖੋ ਸਤਨਾਮ ਸ਼੍ਰੀ। ਜੇ ਤੈਂ ਰੱਬ ਵਿਸਾਰਿਓ, ਜੇ ਤੂੰ ਰੱਬ ਨੂੰ ਵਿਸਾਰਿਆ ਨਾ, ਫਰੀਦ ਸਾਹਿਬ ਕਹਿੰਦੇ ਨੇ, ਜੇ ਤੈਂ ਰੱਬ ਵਿਸਾਰਿਓ ਤੈਂ ਰੱਬ ਨਾ ਵਿਸਾਰਿਓ। ਤੈਨੂੰ ਨਹੀਂ ਉਹ ਰੱਬ ਨੇ ਵਿਸਾਰਿਆ ਹੈਗਾ। ਮੈਂ ਅਕਸਰ ਬੇਨਤੀ ਕਰਨਾ ਨਾ, ਪਿਆਰ ਹੈ ਰੱਬ ਦੇ ਨਾਲ, ਪਰ ਇੱਕ ਤਰਫਾ, ਕੱਲਾ ਉਹਦੇ ਵੱਲੋਂ ਹੀ, ਕੱਲਾ ਉਹਦੇ ਵੱਲੋਂ, ਅਰੇ ਸਾਡੇ ਵੱਲੋਂ ਨਹੀਂ। ਜਦੋਂ ਸਾਡੇ ਵੱਲੋਂ ਹੋ ਗਿਆ ਨਾ, ਜਦੋਂ ਅਸੀਂ ਕਿਹਾ ਕਿ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ, ਜਦੋਂ ਦੁਨੀਆ ਨਾਲੋਂ ਤੋੜ ਕੇ ਤੇ ਤੇਰੇ ਨਾਲ ਜੋੜ ਲਈ ਨਾ, ਫਿਰ ਸਾਚੀ ਪ੍ਰੀਤ ਗੁਰੂ ਕੇ ਪਿਆਰਿਓ। ਅਜੇ ਤੇ ਇੱਕ ਤਰਫਾ ਪਿਆਰ ਆ। ਵੇਖੋ ਆ ਸੰਗਤ 'ਚ ਬਿਠਾਇਆ ਨਾ, ਤੇ ਮਹਾਰਾਜ ਕਹਿੰਦੇ ਕਿਰਪਾ ਵਾ ਪ੍ਰਮਾਤਮਾ ਕੀ, ਤੇ ਤੂੰ ਸੰਗਤ ਦੇ ਵਿੱਚ ਆ ਕੇ ਬੈਠਾ, ਟੁੱਠਾ ਵਾ ਤੁਹਾਡੇ ਤੇ ਗੁਰੂ ਕੇ ਪਿਆਰਿਓ। ਐਵੇਂ ਨਾ ਸਮਝ ਲਿਓ, ਮਹਾਰਾਜ ਦੀ ਬਾਣੀ ਕਹਿੰਦੀ ਆਪੇ ਸੰਗਤ ਸੱਦ ਬਹਾਲੇ, ਆਪੇ ਵਿਦਾ ਕਰਾਏ, ਮਤ ਜਾਣਿਓ ਵੀ ਆਪ ਆਏ ਆ। ਗੁਰੂ ਅਮਰਦਾਸ ਕਹਿੰਦਾ ਤੁਹਾਨੂੰ ਸੱਦਿਆ ਗਿਆ। ਸੱਚੇ ਪਾਤਸ਼ਾਹ ਕਹਿੰਦੇ ਤੁਹਾਨੂੰ ਬੁਲਾਇਆ, ਤੁਹਾਨੂੰ ਸੰਦੇਸ਼ਾ ਗਿਆ ਵਾ। ਇੱਥੇ ਤਾਂ ਸ਼ਹਿਰ ਦੇ ਵਿੱਚ ਮੈਨੂੰ ਨਹੀਂ ਪਤਾ, ਸ਼ਾਇਦ 20 ਲੱਖ ਦੀ ਆਬਾਦੀ ਕਿ 15 ਲੱਖ ਦੀ ਆਬਾਦੀ ਆ। ਆ ਗੁਰਮੁਖ ਦੱਸ ਰਹੇ 12,500 ਤੇ ਟੈਕਸੀ ਦਾ ਲਾਇਸੈਂਸ ਹੀ ਆ ਸ਼ਹਿਰ ਦੇ ਵਿੱਚ, ਤੇ ਗਿਣਤੀ ਦੇ ਕੋਈ 400-500 ਜੀ ਸਵੇਰ ਦੇ ਸੱਦੇ ਆ। ਇਹ ਤੁਹਾਨੂੰ ਕਾਰਡ ਗਏ ਆ ਮਹਾਰਾਜ ਵੱਲੋਂ,
ਕਾਰਡ ਕਿੱਥੇ ਆਂਦੇ ਹਿਰਦੇ ਦੇ ਵਿੱਚ ਗਏ ਆ ਵੀ ਭਾਈ ਚੱਲ ਗੁਰੂ ਘਰ ਚੱਲੀਏ। ਤੇ ਜੇ ਤੁਸੀਂ ਇੱਕ ਕਦਮ ਚੱਲ ਜੇ ਜੋ ਨਾ ਤੇ ਮਹਾਰਾਜ ਕਹਿੰਦੇ ਚਰਨ ਸ਼ਰਨ ਗੁਰ ਏਕ ਪੈਂਡਾ ਚਾਹੇ ਚੱਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤਾ। ਗੁਰੂ ਕੇ ਪਿਆਰਿਓ, ਗੁਰੂ ਤੇ ਆਪਣੇ ਸਿੱਖ ਦੀ ਉਡੀਕ ਕਰਦਾ। ਸੈਣ ਨਾਈ ਜੀ ਜਾਂਦੇ ਨੇ ਗੁਰੂ ਕੇ ਪਿਆਰਿਓ, ਰਾਜੇ ਦੀ ਸੇਵਾ ਕਰਦੇ ਨੇ ਤੇ ਕਹਿੰਦੇ ਨੇ ਵੀ ਅੱਜ ਕੀ ਹੋਇਆ, ਆਏ ਸੰਤ ਪਰਾਹੁਣੇ ਹੋਆ ਕੀਰਤਨ ਹੋਆ ਰਹਿਣ ਸਬਾਈ, ਛੱਡ ਨਾ ਸਕੇ ਸੰਤ ਜਨ ਰਾਜ ਦੁਆਰ ਨਾ ਸੇਵ ਕਮਾਈ। ਸੰਤਾਂ ਨੂੰ ਉਹਨ ਛੱਡ ਨਹੀਂ ਸਕਦਾ, ਸੰਗਤ ਗੁਰੂ ਕੇ ਪ੍ਰਮਾਤਮਾ ਦੇ ਪਿਆਰੇ ਚੱਲ ਕੇ ਆਏ ਨੇ ਤੇ ਕਹਿੰਦਾ ਹੁਣ ਇਹਨਾਂ ਨੂੰ ਮੈਂ ਛੱਡ ਕੇ ਨਹੀਂ ਜਾਣਾ। ਤੇ ਕਿਉਂਕਿ ਸਮਾਂ ਬੜਾ ਹੋ ਗਿਆ, ਮੈਂ ਸੰਖੇਪ ਦੇ ਵਿੱਚ ਬੇਨਤੀ ਕਰਕੇ ਤੇ ਸਮਾਪਤੀ ਕਰਨ ਲੱਗਾ। ਗੁਰੂ ਕੇ ਪਿਆਰਿਓ, ਜਿਸ ਦਿਨ ਬੰਦਾ ਪਰਮਾਤਮਾ ਦੀ ਖਾਤਰ, ਮੈਂ ਆਮ ਬਗੈਰ ਬਚਨ ਕਰਦਾ ਨਾ ਕਿ ਮਹਾਰਾਜ ਕਹਿੰਦੇ ਭਾਈ ਬੈਲੋ ਤੂੰ ਸਭ ਤੋਂ ਪਹਿਲੋਂ, ਤੇ ਕੋਲ ਬੈਠਾ ਪ੍ਰੋਹਤ ਪੁੱਛਦਾ, ਪੰਡਤ ਪੁੱਛਦਾ ਮਹਾਰਾਜ ਬੈਲੋ ਕੋ ਪਹਿਲੋਂ, ਮੈਂ ਵਿਦਵਾਨ ਬੈਠਾ ਤੁਹਾਡੀ ਸੰਗਤ ਦੇ ਵਿੱਚ, ਮੈਂ ਕਿਉਂ ਨਹੀਂ ਪਹਿਲੋਂ? ਮਹਾਰਾਜ ਕਹਿੰਦੇ ਬੈਲੋ ਦੀ ਜ਼ਿੰਦਗੀ 'ਚ ਅਸੀਂ ਪਹਿਲੋਂ ਆ। ਜਿਹਦੀ ਜ਼ਿੰਦਗੀ ਦੇ ਵਿੱਚ ਪਰਮਾਤਮਾ ਪਹਿਲੋਂ ਆ ਨਾ, ਮਹਾਂਪੁਰਖ ਇੱਕ ਬਚਨ ਕਰਦੇ ਹੁੰਦੇ, ਕਹਿੰਦੇ ਵੀ ਰੱਬ ਦੇ ਘਰ ਵਿੱਚ ਜੇ ਪੁੱਛਣਾ ਵੀ ਥਾਂ ਕਿੰਨੀ ਕਿਆ, ਆਪਣੇ ਅੰਦਰ ਵੇਖੀ ਵੀ ਰੱਬ ਵਾਸਤੇ ਤੇਰੇ ਅੰਦਰ ਥਾਂ ਕਿੰਨੀ ਕਿਆ। ਆ ਗੁਰੂ ਕੇ ਪਿਆਰਿਓ ਬੇਨਤੀ ਕਰਾਂ, ਆ ਕਿਤਨੇ ਵੱਡੇ ਵੱਡੇ ਗੁਰਮੁਖ ਪਿਆਰਿਆਂ ਵੀ ਬੇਨਤੀ ਕੀਤੀ ਆ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਨਾ ਤੇ ਮਨ ਅੰਦਰੋਂ ਪਾੜਦਾ, ਸਮਝ ਨਹੀਂ ਆਉਂਦੀ, ਦਿਲ ਕਰਦਾ ਕਿਤੇ ਆ ਤੇ ਸਾਹਮਣੇ ਫੜ ਕੇ ਮਾਰ ਦਿੱਤਾ ਨਾ, ਦਿਲ ਕਰਦਾ ਮੁੱਢ ਲੱਭੇ ਇਹਨਾਂ ਦਾ। ਕਿਉਂ? ਗੁਰੂ ਕੇ ਪਿਆਰਿਓ, ਕਿਸੇ ਦੇ ਪਿਤਾ ਦੀ ਪੱਗ ਨੂੰ ਕੋਈ ਹੱਥ ਸਾਹਮਣੇ ਪਾਵੇ ਨਾ, ਅੰਦਰ ਪਾੜ ਜਾਂਦਾ ਵਾ। ਮੈਨੂੰ ਜੰਮਿਆ ਇਹਨੇ, ਉਹ ਮੈਨੂੰ ਪਾਲਿਆ ਇਹਨੇ, ਤੇ ਮੇਰੇ ਸਾਹਮਣੇ ਮੇਰੇ ਪਿਓ ਦੀ ਕੋਈ ਪੱਗ ਲਾ ਕੇ ਲੈ ਜੇ ਭਲਾ, ਮਰਨਾ ਜਾਵਾਂ ਉਹਦੇ ਤੋਂ ਪਹਿਲਾਂ ਮੈਂ। ਇਹੋ ਹੀ ਹੁੰਦਾ ਨਾ ਮਨ ਦੇ ਵਿੱਚ। ਇਹ ਤੇ ਇੱਕ ਜਨਮ ਦਾ ਪਿਓ ਆ, ਉਹਦੇ ਵਾਸਤੇ ਸਾਡੀ ਇਹ ਅੰਦਰੋਂ ਦੌੜ ਵਾ। ਇਹ ਤੇ ਸਾਡਾ ਜਨਮਾਂ ਜਨਮਾਂਤਰਾਂ ਦਾ ਪਤਾ ਨਹੀਂ, ਇਹ ਜੀ ਕਿੰਨੇ ਕੁ ਜਨਮਾਂ ਚੋਂ ਭੌਂ ਕੇ ਆਇਆ ਤੇ ਅੰਦਰ ਨਾਲ ਸਾਡਾ ਸੰਬੰਧ ਆ ਗੁਰੂ ਦੇ ਨਾਲ। ਗੁਰੂ ਕੇ ਪਿਆਰਿਓ, ਅੱਜ ਵੀ ਗੁਰੂ ਕੇ ਪਿਆਰੇ ਜੀਂਦੇ ਨੇ। ਮੈਂ ਬੇਨਤੀ ਕਰਾਂ, ਅੱਜ ਦੀਆਂ ਗੱਲਾਂ ਨਹੀਂ ਇਹ, ਅੱਜ ਤੇ ਬੇਅਦਬੀ ਕੀਤੀ ਹੈ ਹਰਿਮੰਦਰ ਸਾਹਿਬ ਢਾਹ ਕੇ ਨਾ, ਮੈਂ ਬੇਨਤੀ ਕਰਾਂ ਢਾਹ ਕੇ ਫਰਵਰੀ 62 ਦੇ ਵਿੱਚ, ਧਿਆਨ ਦੇਣਾ, ਫਰਵਰੀ 62 ਦੇ ਵਿੱਚ ਦਰਬਾਰ ਸਾਹਿਬ ਨੂੰ ਢਾਹ ਕੇ ਤੇ ਅਬਦਾਲੀ ਨੇ ਜੌਂ ਬੀਜਤੇ। ਸਿਆਸ ਫੜਿਓ ਆਪਣਾ ਕਿਤੇ, ਜੌਂ ਬੀਜ ਕੇ ਤੇ ਉਹ ਕਹਿੰਦਾ ਸੀ ਅੱਜ ਤੋਂ ਬਾਅਦ ਖਤਮ ਇਹਨਾਂ ਦੀ ਕਹਾਣੀ। ਕਹਿੰਦਾ ਮੈਂ ਮਰਾਠਿਆਂ ਨੂੰ ਪਾਣੀ ਪੱਤ ਦੇ ਵਿੱਚ ਮਾਰਿਆ ਤੇ ਕਦੇ ਉੱਠਣਗੇ ਨਹੀਂ ਮੇਰੇ ਸਾਹਮਣੇ, ਕਈ ਸਾਲ ਨਹੀਂ ਉੱਠੇ। ਪਰ ਮੈਂ ਬੇਨਤੀ ਕਰਾਂ, 62 ਫਰਵਰੀ ਦੇ ਵਿੱਚ ਦਰਬਾਰ ਸਾਹਿਬ ਨੂੰ ਢਾਇਆ ਤੇ ਢਏ ਹੋਏ ਮਲਬੇ ਦੇ ਉੱਤੇ ਸਰਦਾਰ ਜੱਸਾ ਸਿੰਘ ਰਾਮਗੜੀਆ, ਜੱਸਾ ਸਿੰਘ ਆਲੂਵਾਲੀਆ ਸਰਦਾਰ ਇਕੱਠੇ ਹੋਏ, ਸਰਦਾਰ ਬਘੇਲ ਸਿੰਘ, ਸਰਦਾਰ ਹਰੀ ਸਿੰਘ, 12 ਮਿਸਲਾਂ ਕੱਟੀਆਂ ਹੋਈਆਂ ਤੇ ਕਹਿੰਦੇ ਹਰਿਮੰਦਰ ਸਾਹਿਬ ਨਾ ਬਣਾਓ, ਅਜੇ ਬਦਾਲੀ ਨੇ ਇੱਕ ਵਾਰੀ ਹੋਰ ਆਉਣਾ। ਤੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਉੱਥੇ ਖੜ ਕੇ ਕਿਹਾ ਸੀ, ਗੁਰੂ ਕੇ ਪਿਆਰਿਓ, ਜੇ ਅੱਜ ਨਾ ਬਣਾਇਆ ਨਾ ਤੇ ਕੱਲ ਨੂੰ ਅਬਦਾਲੀ ਨੇ ਆਖਣਾ ਇਹ ਹੌਸਲਾ ਛੱਡ ਗਏ। ਆ ਜਿਹੜੀ ਇਮਾਰਤ ਤੁਸੀਂ ਬਣੀ ਵੇਖਦੇ ਹੋ, ਇਹ ਸਰਦਾਰ ਜੱਸਾ ਸਿੰਘ ਆਲੂਵਾਲੀਏ ਨੇ ਬਣਵਾਈ ਮਿਸਲਾਂ ਦੇ ਸਹਿਯੋਗ ਦੇ ਨਾਲ। ਤੇ ਗੁਰੂ ਕੇ ਪਿਆਰੇ, ਜਿਹੜੀ ਬੇਨਤੀ ਕਰ ਲੱਗਾ ਮੈਂ, ਉਹਨੇ ਕਿਹਾ 50,000 ਸਿੱਖ ਮੈਂ ਇੱਕੋ ਦਿਨ ਚ ਸਾਰੀ ਕੌਮ ਖਤਮ ਕਰਤੀ, ਹੁਣ ਨਹੀਂ ਉੱਗੇਗੀ ਕਦੀ ਵੀ। ਜੌਂ ਬੀਜ ਤੇ ਇਹਨਾਂ ਦੇ ਅਕਤੂਬਰ 1762 ਆਈ, ਮੈਦਾਨੇ ਜੰਗ ਦੇ ਵਿੱਚ ਉਹਨਾਂ ਦੇ ਕੋਲੋਂ ਹੀ ਸਰੋਵਰ ਫਿਰ ਸਿੰਘਾਂ ਨੇ ਬੋਲੇ ਸੋ ਨਿਹਾਲ। 8 ਮਹੀਨੇ ਲੰਘੇ, ਸਿਰਫ 8 ਮਹੀਨਿਆਂ ਦੇ ਬਾਅਦ ਮਰਾਠੇ, ਬੇਨਤੀ ਕਰਾਂ, 1.5 ਲੱਖ ਸੀ ਤੇ ਅਬਦਾਲੀ 60,000 ਸੀਗਾ। ਇੱਕ ਦਿਨ ਦੇ ਵਿੱਚ ਮੈਦਾਨ ਸਰ ਕਰ ਦਿੱਤਾ ਸੀਗਾ। ਪਾਣੀਪਤ ਦੀ ਮੈਦਾਨ ਦੀ ਲੜਾਈ 1761 ਵਾਲੀ। ਅੱਜ 20,000 ਸਿੱਖ ਤੇ 60,000 ਪਠਾਨ ਲੜਨ ਵਾਸਤੇ ਆਇਆ। ਸਿੰਘਾਂ ਨੇ 60,000 ਨੂੰ ਕੈਦ ਬਣਾ ਕੇ ਤੇ ਉਹਨਾਂ ਦੇ ਕੋਲ ਸਰੋਵਰ ਭਰਵਾਇਆ, ਜਿਹੜੇ ਕਾਬੂ ਆਏ ਉੱਥੇ। ਮੈਂ ਬੇਨਤੀ ਕਰਾਂ, ਇਹ ਕੌਮ ਕਿੱਦਾਂ ਦੀ ਹੈ, ਇਹਦੀ ਸਪਿਰਿਟ ਕਿੱਦਾਂ ਦੀ ਆ। ਗਵਰਨਰ ਤ੍ਰਿਪੁਰਾ ਦਾ ਕਹਿੰਦਾ ਸੀ ਨਾ, ਹੁਣ ਵੀ ਕਹਿੰਦਾ, ਮੋਦੀ
ਇਹਨਾਂ ਦੇ ਨਾਲ ਨਾ ਹੋ। ਤੂੰ ਇਤਿਹਾਸ ਨਹੀਂ ਪੜ੍ਹਿਆ ਇਹਨਾਂ ਦਾ, ਮੈਂ ਪੜ੍ਹਿਆ ਹੀ ਹੋ। ਜੇ ਨਹੀਂ ਪੜ੍ਹਿਆ ਨਾ ਤੇ ਫਿਰ ਛੋਟੇ ਸਾਹਿਬਜ਼ਾਦਿਆਂ ਦੀ ਇਹਨਾਂ ਦੀ ਸ਼ਹੀਦੀ ਪੜ੍ਹ ਕੇ ਵੇਖ ਲਾ, ਇਹ ਪੈਦਾ ਕਿੱਥੋਂ ਹੋਏ ਨੇ। ਜੇ ਤੈਨੂੰ ਨਹੀਂ ਯਕੀਨ ਆਉਂਦਾ ਨਾ, ਇਹਨਾਂ ਦਾ ਨਨਕਾਣੇ ਦਾ ਸਾਕਾ ਪੜ੍ਹ ਕੇ ਵੇਖ ਲਾ, ਇਹਨਾਂ ਦੇ ਗੁਰੂ ਕੇ ਬਾਗ ਦਾ ਮੋਰਚਾ ਪੜ੍ਹ ਕੇ ਵੇਖ ਲਾ। ਇਹ ਮਰਨ ਵਾਸਤੇ ਤੁਰਦੇ ਹੁੰਦੇ ਹੀ ਉਹ, ਜਾਂ ਇਹਨਾਂ ਮਰਨਾ ਹੀ ਤੇ ਜਾਂ ਇਹਨਾਂ ਜਿੱਤਣਾ ਹੀ, ਦੋਵਾਂ ਚੋਂ ਇੱਕ ਕੰਮ ਹੀ ਹੋ। ਜਿਹੜਾ ਤੈਨੂੰ ਚੰਗਾ ਲੱਗਦਾ ਹੁਣ ਕਰ ਲੈ, ਵੇਖ ਲੈ। ਜੇ ਇਹਨਾਂ ਨੇ ਮਰਨਾ ਹੀ ਹੋ ਤੇ ਇਹਨਾਂ ਨੇ ਜਾਂ ਜਿੱਤਣਾ ਹੀ ਹੋ, ਦੋਵਾਂ ਚ ਕੋਈ ਕੰਮ ਕਰਨਾ ਹੀ ਹੋ। ਕਿਉਂ? ਇਹਨਾਂ ਦਾ ਗੁਰੂ ਕਹਿੰਦਾ ਹੀ ਸੂਰਾ ਸੋ ਪਹਿਚਾਨੀ ਹੈ, ਜੋ ਲੜਿਆ ਦੀਨ ਕਹਿ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੈ। ਗੁਰੂ ਕੇ ਪਿਆਰਿਓ, ਅੱਜ ਸਿੱਖ ਨੂੰ ਸਚੇਤ ਹੋਣ ਦੀ ਲੋੜ ਆ। ਹਰ ਸਿੱਖ ਦੇ ਕੋਲ ਬਾਣਾ, ਹਰ ਸਿੱਖ ਦੇ ਕੋਲ ਬਾਣੀ, ਹਰ ਸਿੱਖ ਦੇ ਕੋਲ ਗੁਰੂ ਦਾ ਉਪਦੇਸ਼ ਹੋਵੇ। ਬੇਨਤੀ ਕਰਾਂ ਗੁਰੂ ਕੇ ਪਿਆਰਿਓ, ਮੈਂ ਬੇਨਤੀ ਇੱਥੇ ਯੂਰਪ ਮੈਂ ਸਾਰਾ ਘੁੰਮਿਆ, ਹਰ ਇੱਕ ਦੇਸ਼ ਵਿੱਚ ਇੱਥੇ ਘੱਟੋ ਘੱਟ ਮੈਂ 20-25 ਵਾਰੀ ਆ ਗਿਆ। ਮਤ ਜਾਣਿਓ ਗੁਰੂ ਕੇ ਪਿਆਰਿਓ ਕਿ ਹਰ ਇੱਕ ਕੇਸਾਂ ਦਾ ਕਰਕੇ ਨਹੀਂ, ਮੈਂ ਕੇਸਾਂ ਵਾਲੇ ਸਭ ਤੋਂ ਅਮੀਰ ਇਸ ਦੇਸ਼ ਵਿੱਚ ਦੁਨੀਆ ਦੇ ਵਿੱਚ ਵੇਖੇ ਆ। ਫਰਾਂਸ ਵਿੱਚ, ਇਟਲੀ ਵਿੱਚ, ਮੈਂ ਇਟਲੀ ਦਾ ਰਹਿਣ ਵਾਲਾ, ਕੇਸਾਂ ਵਾਲੇ ਮੈਂ ਸਭ ਤੋਂ ਅਮੀਰ ਲੋਕ ਵੇਖੇ ਆ। ਜ਼ਰੂਰੀ ਨਹੀਂ ਆ ਗੁਰੂ ਕੇ ਪਿਆਰੇ, ਗੁਰੂ ਕਿਰਪਾ ਕਰਦਾ, ਸਿੱਖ ਆਪਣੀ ਹੋਂਦ ਆਪ ਬਣਾ ਲੈਂਦਾ, ਗੁਰੂ ਬਖਸ਼ਿਸ਼ ਕਰਦਾ ਵਾ। ਜਦੋਂ ਗੁਰੂ ਸਿਰ ਦੇ ਤੇ ਕਿਰਪਾ ਭਰਿਆ ਹੱਥ ਰੱਖਦਾ ਨਾ ਤੇ ਸਭ ਮੰਜ਼ਲਾਂ ਸਾਰ ਹੋ ਜਾਂਦੀਆਂ ਨੇ। ਗੁਰੂ ਕੋ ਪਿਆਰੇ, ਮੈਂ ਬੇਨਤੀ ਕਰਾਂਗਾ, ਅੱਜ ਜੇ ਬਾਣੀ ਤੇ ਬਾਣੇ ਨਾਲੋਂ ਅਸੀਂ ਟੁੱਟੇ ਆ ਨਾ, ਅੱਜ ਮੇਰੇ ਮਨ 'ਚ ਦੁੱਖ ਆਉਂਦਾ। ਜਦੋਂ ਕਹਿੰਦੇ ਨਾ ਵੀ 10% ਜਿਹੜੇ ਕ੍ਰਿਸਚਨ ਹੋ ਗਏ ਲੋਕ, ਮੈਂ ਕਹਿੰਦਾ ਉਹ ਮਨਾ ਕਿਹੜਾ ਉਪਦੇਸ਼ ਦੁਨੀਆ ਦੇ ਵਿੱਚ ਜਿਹੜਾ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਨਾਲੋਂ ਉੱਪਰ ਹੋਵੇ। ਬੜੇ ਉਪਦੇਸ਼ ਪੜ੍ਹੇ ਨੇ, ਬੜੇ ਉਪਦੇਸ਼ ਸਾਰੇ ਧਰਮਾਂ ਦੀ ਫਿਲਾਸਫੀ ਦਾਸ ਨੇ ਪੜ੍ਹੀ ਹੈ, ਪਰ ਮੈਂ ਬੇਨਤੀ ਕਰਾਂ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਸੰਸਾਰ ਦੇ ਵਿੱਚ ਦਾਅਵੇ ਨਾਲ ਮੈਂ ਕਹਿੰਦਾ ਕਿ ਸਰਵੋਤਮ ਆ। ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਅੱਜ ਅਸੀਂ ਆਪ ਟੁੱਟੇ ਹੋਣ ਕਰਕੇ ਨਾ, ਖਿੰਡਰੇ ਹੋਣ ਕਰਕੇ ਅੱਜ ਦੂਸਰੇ ਸਾਡਾ ਫਾਇਦਾ ਲੈ ਰਹੇ ਨੇ। ਮੈਂ ਬੇਨਤੀ ਕਰਾਂ, ਜਦੋਂ ਮੈਂ ਇਤਿਹਾਸ ਪੜ੍ਹਦਾ ਮੇਰਾ ਮਨ ਦੁਖੀ ਹੋ ਜਾਂਦਾ। ਕਹਿੰਦੇ ਜਦੋਂ ਮਿਸਲਾਂ ਦਾ 12 ਮਿਸਲਾਂ ਸੀ ਨਾ, ਤੇ ਉਹਨਾਂ ਦਾ ਇੱਕ ਸੰਧੀ ਹੁੰਦੀ ਆਪੋ ਚੋਂ ਦੀ। ਕਹਿੰਦੇ ਵੀ ਜਦੋਂ ਬਾਹਰਲਾ ਹਮਲਾ ਨਾ ਕਰੂਗਾ ਨਾ, ਉਦੋਂ ਆਪੋ ਚੋਂ ਦੀ ਲੜਨਾ, ਤੇ ਜਦੋਂ ਬਾਹਰਲਾ ਹਮਲਾ ਕਰੂਗਾ ਉਦੋਂ ਇਕੱਠੇ ਹੋ ਕੇ ਲੜਾਂਗੇ। ਤੇ ਇਸ ਚੀਜ਼ ਨੇ ਕੀ ਕੀਤਾ? ਰਾਜ ਗਵਾਤਾ। ਅੱਜ ਨਵਾਂ ਸਾਲ ਕਿਉਂ ਮਨਾ ਰਹੇ ਆ? ਮੈਂ ਬੇਨਤੀ ਕਰਾਂ, ਅਰਬ ਕੰਟਰੀਆਂ ਆਪਣਾ ਸ਼ੁੱਕਰਵਾਰ ਨੂੰ ਛੁੱਟੀ ਕਰਦੀਆਂ ਨੇ, ਕਿਉਂਕਿ ਜਿਸ ਕੌਮ ਦੇ ਕੋਲੋਂ ਜ਼ਮੀਨ ਖੁੱਸ ਜਾਵੇ ਨਾ, ਗੁਰੂ ਕੇ ਪਿਆਰਿਓ, ਰਾਜ ਬਿਨਾ ਸਭ ਮਲੈ ਦਲੇ ਹੈ। ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤੇ ਸਿੱਖ ਧਰਮ ਕਰੋੜਾਂ ਦੀ ਗਿਣਤੀ 'ਚ ਵੱਧਦਾ ਗਿਆ, ਰਾਜ ਹੱਥੋਂ ਗਿਆ, ਤੇ ਅੱਜ ਜਿੱਦਾਂ ਦਾ ਮਰਜ਼ੀ ਚੱਲੀ ਜਾ ਰਿਹਾ। ਕਿਉਂਕਿ ਰਾਜ ਵੀ ਜ਼ਰੂਰੀ ਹੈ। ਗੁਰੂ ਕੇ ਪਿਆਰਿਓ, 2 ਚੀਜ਼ਾਂ ਜ਼ਿੰਦਗੀ ਦੇ ਵਿੱਚ ਮਹਾਰਾਜ ਦੇ, ਆ ਤੁਸੀਂ ਸਾਹਮਣੇ ਦਰਸ਼ਨ ਕਰ ਰਹੇ ਹੋ ਨਾ, ਗੁਰੂ ਮਹਾਰਾਜ ਤਖਤਾਂ ਤੇ ਬਿਰਾਜਮਾਨ ਨੇ, ਪੀਰੀ ਤੇ ਹੇਠਾਂ ਧਿਆਨ ਮਾਰੋ, ਮੇਰੀ, ਸ਼ਸਤਰ ਤੇ ਸ਼ਾਸਤਰ। ਵੇਖੋ, ਬੇਨਤੀ ਕਰਾਂ, ਬੱਦਲ ਗਰਜਦੇ ਨੇ, ਠੰਡੇ ਨੇ ਵੇਖਣ ਚ ਲੱਗਦੇ, ਅੱਗ ਨਾ ਭਰੇ ਨੇ ਅੰਦਰੋਂ, ਜਦੋਂ ਟਕਰਾਉਂਦੇ ਨੇ ਨਾ ਅੱਗ ਪੈਦਾ ਕਰਦੇ ਨੇ। ਮੀਰੀ ਤੇ ਪੀਰੀ। ਸਮੁੰਦਰ ਪਾਣੀ ਦੇ ਨਾਲ ਭਰਿਆ, ਪਰ ਪੁੱਛ ਕੇ ਵੇਖੋ ਅੱਗ ਦੇ ਨਾਲ ਵੀ ਭਰਿਆ ਵਾ। ਦੋਵੇਂ ਚੀਜ਼ਾਂ ਨੇ, ਸਮੁੰਦਰ ਦੇ ਵਿੱਚ ਅੱਗ ਵੀ ਆ ਤੇ ਪਾਣੀ ਵੀ ਆ, ਦੋਵੇਂ ਇਕੱਠੇ ਨੇ। ਗੁਰੂ ਕੇ ਪਿਆਰਿਓ, ਮੀਰੀ ਤੇ ਪੀਰੀ ਦਾ ਸਮੇਲ ਆ, ਮੀਰੀ ਤੇ ਪੀਰੀ, ਸ਼ਸਤਰ ਤੇ ਸ਼ਾਸਤਰ। ਪਰ ਫਰਕ ਕੀ ਆ? ਪੀਰੀ ਨੂੰ ਉੱਤੇ ਜਗ੍ਹਾ ਵਾ, ਮੀਰੀ ਨੂੰ ਹੇਠਾਂ। ਤੇਰੇ ਹੱਥ ਵਿੱਚ ਤਲਵਾਰ ਹੋਵੇ, ਇਹਦਾ ਸੰਕੇਤ ਕੀ ਆ? ਤੇਰੇ ਹੱਥ ਦੇ ਵਿੱਚ ਤਲਵਾਰ ਹੋਵੇ, ਪਰ ਇਹ ਨਾ ਹੋਵੇ ਔਰੰਗਜ਼ੇਬ ਵਾਂਗੂ ਛੋਟੇ ਸਾਹਿਬਜ਼ਾਦੇ ਸ਼ਹੀਦ ਕਰਦੀ। ਇਹ ਨਾ ਹੋਵੇ ਤੇਰੇ ਹੱਥ ਦੇ ਵਿੱਚ ਤਲਵਾਰ ਹੋਵੇ ਤੇ ਕਿਸੇ ਮਜਲੂਮ ਦੇ ਉੱਤੇ ਜ਼ੁਲਮ ਢਾ ਦੇ। ਤੇਰੇ ਹੱਥ ਵਿੱਚ ਪਹਿਲਾਂ ਜਪਜੀ ਸਾਹਿਬ ਦਾ ਗੁਟਕਾ ਹੋਵੇ। ਤਲਵਾਰ ਚਲਾਉਣੀ ਕਿੱਦਾਂ ਵਾ? ਤਲਵਾਰ ਚਲਾਉਣੀ ਕਿੱਦਾਂ ਵਾ? ਇੱਕ ਵਿਦਵਾਨ ਕਹਿੰਦਾ, ਮੀਰੀ ਤੇ ਪੀਰੀ ਦੀਆਂ 2 ਤਲਵਾਰਾਂ, ਤੇ 10ਵੇਂ ਪਾਤਸ਼ਾਹ ਨੇ ਖੰਡਾ ਫੇਰਿਆ ਅੰਮ੍ਰਿਤ ਦੇ ਵਿੱਚ। ਧਿਆਨ ਦੇਣਾ ਥੋੜਾ ਜਿਹਾ। ਕਹਿੰਦੇ ਨੇ 10ਵੇਂ ਪਾਤਸ਼ਾਹ ਨੇ ਅੰਮ੍ਰਿਤ ਦੇ ਵਿੱਚ ਖੰਡਾ ਫੇਰਿਆ ਤੇ ਮੀਰੀ ਦੀਆਂ ਪੀਰੀ ਦੀਆਂ ਦੋਵੇਂ ਤਲਵਾਰਾਂ ਇਕੱਠੀਆਂ ਕਰ ਦਿੱਤੀਆਂ
ਪਰ ਇੱਕ ਗੱਲ ਚੇਤੇ ਵਿੱਚ ਰੱਖਿਓ, ਜਦੋਂ ਅੱਗੇ ਨੂੰ ਜਾਂਦਾ ਨਾ ਖੰਡਾ, ਪਿੱਛੇ ਪੀਰੀ ਆ, ਜਦੋਂ ਉਰੇ ਨਾ ਆਉਂਦਾ ਮੀਰੀ ਆ ਨਾਲ, ਦੋਵੇਂ ਇਕੱਠੀਆਂ ਚੱਲਦੀਆਂ ਆਪੋ ਚੋਂ ਦੀ, ਇੱਕ ਨਹੀਂ ਦੋਵੇਂ ਇੱਕ ਥਾਂ ਕਰ ਦਿੱਤੀਆਂ ਖੰਡੇ ਦੇ ਵਿੱਚ। ਸਿੱਖਾ ਮੀਰੀ ਤੇ ਪੀਰੀ ਤੇਰੇ ਕੋਲ, ਜਦੋਂ ਤੇਰੇ ਹੱਥ ਵਿੱਚ ਗੁਟਕਾ ਸਾਹਿਬ ਨਾਲ ਹੋਵੇ ਤੇ ਨਾਲ ਤੇਰੇ ਹੱਥ ਦੇ ਵਿੱਚ ਤਲਵਾਰ ਵੀ ਹੋਵੇ, ਤੈਨੂੰ ਜਪਜੀ ਸਾਹਿਬ ਦੱਸੇ ਵੀ ਤਲਵਾਰ ਚਲਾਉਣੀ ਕਿਵੇਂ ਆ। ਗੱਜ ਕੇ ਆਖੋ ਸਤਨਾਮ ਸ੍ਰੀ। ਅੱਜ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਕਾਰਨ ਸਭ ਤੋਂ ਵੱਡਾ ਜਿਹੜਾ ਮੇਰਾ ਮਨ ਕਹਿੰਦਾ, ਜਿਹੜੇ ਆਪ ਹੀ ਡਾਂਸਰਾਂ ਨਚਾਉਂਦੇ ਨੇ, ਬੇਨਤੀ ਕਰਾਂ ਗੁਸਤਾਖੀ ਮਾਫ, ਹੋ ਸਕਦਾ ਕਿ ਇਹਨੂੰ ਗੁੱਸਾ ਹੀ ਆ ਜਾਏ, ਪਰ ਜਿਹੜੇ ਆਪ ਹੀ ਉਹ ਅਲੂਲ ਜਲੂਲ ਕੰਮ ਕਰਦੇ ਨੇ ਜਿਨ੍ਹਾਂ ਤੋਂ ਗੁਰੂ ਮਹਾਰਾਜ ਜੀ ਨੇ ਰੋਕਿਆ ਸੀ। ਉਦੋਂ ਵੀ ਬੇਨਤੀ ਕੀਤੀ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਦੇ ਉੱਤੇ ਵੀ ਸ਼ਿਵਨਾਭ ਨੇ ਲੜਕੀਆਂ ਨੱਚਣ ਵਾਸਤੇ ਅੱਗੇ ਭੇਜੀਆਂ ਤੇ ਮਹਾਰਾਜ ਕਹਿੰਦੇ ਗਾਸੋ ਪੁੱਤਰੀ ਰਾਜਕੁਮਾਰ, ਕਹਿੰਦੇ ਸਾਨੂੰ ਤੇ ਧੀ ਕਿਸੇ ਨੇ ਆਖਿਆ ਨਹੀਂ, ਤਾਂ ਤੁਸੀਂ ਕਿੱਥੋਂ ਆ ਗਏ ਧੀ ਕਹਿਣ ਵਾਲੇ। ਚਰਨਾਂ 'ਚ ਢਹਿ ਕੇ ਪੈ ਗਈਆਂ। ਜਿਹੜਾ ਸਿੱਖ 22 ਹਜ਼ਾਰ ਦੀ ਤਾਦਾਦ ਦੇ ਵਿੱਚ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਦਾ ਸਿਰ ਕੱਜ ਕੇ ਤੈਨੂੰ ਘਰੋਂ ਘਰੀ ਛੱਡ ਕੇ ਆਉਂਦਾ ਹੁੰਦਾ ਹੈ, ਅੱਜ ਆਪ ਹੀ ਕਹਿੰਦਾ ਵੀ ਆਓ 5-5 ਹਜ਼ਾਰ ਦੇ ਕੇ ਤੇ ਕਹਿੰਦਾ ਵੀ ਨੱਚੋ। ਆਪ ਹੀ ਸਿਰਾਂ ਤੋਂ ਪੱਗਾਂ ਵੀ ਲੱਥੀਆਂ ਆਪਣੀਆਂ ਵੀ ਤੇ ਨਾਲ ਉਲਟੇ ਕੰਮ ਨੂੰ ਤੁਰ ਪਿਆ। ਕਿਉਂਕਿ ਜਦੋਂ ਸਿੱਖ ਦੇ ਜੀਵਨ 'ਚੋਂ ਬਾਣੀ ਤੁਰ ਪਏਗੀ ਨਾ, ਮੈਂ ਆਪ ਵੇਖਿਆ ਵਿਆਹਾਂ ਸ਼ਾਦੀਆਂ ਦੇ ਵਿੱਚ ਜਾ ਕੇ, ਕਹਿਣਾ ਨੂੰ ਦਿਲ ਨਹੀਂ ਕਰਦਾ। ਮਹਾਰਾਜ ਦਾ ਹੁਣੇ ਪ੍ਰਕਾਸ਼ ਸੀਗਾ 5 ਮਿੰਟ ਪਹਿਲਾਂ, ਕਹਿੰਦੇ ਵੀ ਬਾਬਾ ਜੀ ਛੇਤੀ ਛੇਤੀ ਕਰ ਦਿਓ, ਤੇ ਮਹਾਰਾਜ ਦਾ ਸਰੂਪ ਅਜੇ ਗੁਰਦੁਆਰਾ ਸਾਹਿਬ ਨੂੰ ਪਹੁੰਚਿਆ ਤੇ ਕੁਰਸੀਆਂ ਲੱਗੀਆਂ ਤੇ ਉਸੇ ਥਾਂ ਦੇ ਉੱਤੇ ਵਿਚਕਾਰ ਕਰਕੇ ਆਪਣੇ ਅੱਖੀ ਵੇਖਿਆ ਮੈਂ, ਟੇਬਲ ਲੱਗਾ ਤੇ ਉਹਦੇ ਉੱਤੇ ਸ਼ਰਾਬ ਦੀਆਂ ਬੋਤਲਾਂ ਖੁੱਲੀਆਂ ਪਈਆਂ ਨੇ। ਦੱਸੋ ਵੀ ਕਿੱਥੋਂ ਜੈ ਜੈਕਾਰ ਹੋਊ। ਗੁਰੂ ਕੇ ਪਿਆਰਿਓ, ਜਿੰਨਾ ਚਿਰ ਤੱਕ ਅਸੀਂ ਅੰਦਰੋਂ ਨਹੀਂ ਨਾ ਜੁੜਦੇ, ਅੰਦਰੋਂ ਤੋਂ ਜੁੜਨਾ ਪਊਗਾ। ਅੰਦਰੋਂ, ਤੇ ਅੰਦਰੋਂ ਕਿਵੇਂ ਜੁੜ ਸਕਨੇ ਆ? ਅੰਦਰੋਂ ਬਾਣੀ ਤੇ ਬਾਣੇ ਦੇ ਨਾਲ ਜੁੜੇ ਬਿਨਾਂ ਨਹੀਂ ਜੁੜੇ ਸਕਦੇ। ਗੁਰੂ ਪਿਆਰਾ, ਦਰਦ ਸਾਡੇ ਸਾਰਿਆਂ ਦੇ ਅੰਦਰ ਹੈਗਾ। ਮੈਂ ਇਹ ਨਹੀਂ ਬੇਨਤੀ ਕਰਦਾ ਜੇ ਕਿਸੇ ਦੇ ਸਿਰ ਦੇ ਉੱਤੇ ਕੇਸ ਨਹੀਂ ਹੈਗੇ ਤੇ ਆ ਮੋਰਚੇ ਵਿੱਚ ਸਾਰੇ ਲੜੇ ਨੇ, ਪਰ ਮੈਂ ਬੇਨਤੀ ਕਹਿੰਦਾ ਪੂਰਨ ਹੋਈਏ ਗੁਰੂ ਕੇ ਪਿਆਰਿਓ, ਪੂਰਨ ਹੋਈਏ ਅੰਦਰੋਂ ਵੀ ਤੇ ਬਾਹਰੋਂ ਵੀ, ਤੇ ਤਾਂ ਕਿ ਸਾਡੇ ਫੇਰ ਕਿਤੇ ਇਵੇਂ ਜਿਵੇਂ ਹੱਥ ਪੈਂਦੇ ਨੇ ਇਹ ਬੰਦ ਹੋ ਜਾਣਗੇ। ਗੁਰੂ ਕੇ ਪਿਆਰਿਓ, ਸਾਨੂੰ ਆਪ ਇਕੱਤਰ ਹੋਣਾ ਪੈਣਾ, ਆਪ ਇਕੱਠੇ ਹੋਣਾ ਪੈਣਾ। ਜਿੰਨਾ ਚਿਰ ਅਸੀਂ ਆਪ ਇਕੱਤਰਤਾ ਨਹੀਂ ਨਾ ਕੌਮ ਦੇ ਵਿੱਚ, ਉਹਨਾਂ ਚਿਰ ਤੱਕ ਗੁਰੂ ਕੇ ਪਿਆਰਿਓ ਸੇਂਦਾਂ ਲੱਗਦੀਆਂ ਰਹਿਣੀਆਂ ਨੇ, ਇਸੇ ਤਰ੍ਹਾਂ ਲੱਗਣੀਆਂ ਨੇ। ਗੁਰੂ ਕਿਰਪਾ ਕਰੇ ਗੁਰੂ ਕੇ ਪਿਆਰਿਓ। ਜਿਹੜੀ ਮੈਂ ਬੇਨਤੀ ਕਰ ਰਿਹਾ ਸੀ, ਜਿਨ੍ਹਾਂ ਨੇ ਬੰਦਗੀ ਕੀਤੀ, ਬਾਣੀ ਪੜ੍ਹੀ ਆ, ਅੱਜ ਉਹਨਾਂ ਦਾ ਦਿਨ ਮਨਾ ਰਹੇ ਆ। ਪਰਮਾਤਮਾ ਆਪ ਉਹਨਾਂ ਦੇ ਜਗ੍ਹਾ ਤੇ ਜਾ ਕੇ ਰਾਜੇ ਦੀ ਸੇਵਾ ਕਰਕੇ ਆਇਆ। ਸੈਣ ਰੂਪ ਹਰ ਜਾਏ ਕੈ, ਰਾਜੇ ਨੂੰ ਆਇਆ, ਰਾਣੇ ਨੂੰ ਆਇਆ ਰਿਝਾਈ। ਰਾਣੇ ਦੀ, ਬਾਦਸ਼ਾਹ ਦੀ, ਰਾਜੇ ਦੀ ਆਪ ਸੇਵਾ ਪ੍ਰਮਾਤਮਾ ਕਰਕੇ ਆਇਆ। ਤੇ ਮਹਾਰਾਜ ਦੀ ਬਾਣੀ ਦੇ ਬਚਨ ਕਿ ਹਉ ਮੰਗੂ ਤੁਝੇ ਦਿਆਲ, ਕਰ ਦਾਸਾਂ ਗੋਲਿਆ। ਥੋੜਾ ਜਿਹਾ ਅੱਜ ਭਾਵਕ ਹੋ ਗਏ। ਕਾਰਨ ਕੀ? ਕਿਉਂਕਿ ਜਿਹੜੀ ਮਹਾਰਾਜ ਦੀ ਬੇਅਦਬੀ ਹੋਈ ਨਾ, ਮਨ ਦੇ ਵਿੱਚ ਇੱਕੋ ਗੱਲ ਆਉਂਦੀ ਵੀ ਸਭ ਤੋਂ ਮੇਨ ਜਗ੍ਹਾ ਤੇ ਆ ਕੇ ਬੇਅਦਬੀ ਹੋ ਗਈ ਹੈ। ਪਹਿਲਾਂ ਬਾਰ-ਬਾਰ ਚੱਲਦਾ ਸੀ ਕੰਮ ਪਿੰਡਾਂ ਥਾਵਾਂ ਦੇ ਉੱਤੇ, ਇੱਥੇ ਪਿੰਡ 'ਚ ਹੋ ਗਈ, ਇੱਥੇ ਹੋ ਗਈ, ਪਰ ਜਦੋਂ ਅੱਜ ਦਰਬਾਰ ਸਾਹਿਬ ਬੇਅਦਬੀ ਹੁੰਦੀ ਵੇਖੀ ਨਾ, ਗੁਰੂ ਕੇ ਪਿਆਰੇ, ਬੇਅਦਬੀ ਹੋਣ ਤੱਕ ਚਲੇ ਗਿਆ ਕੰਮ, ਤੇ ਮਨ ਦੇ ਵਿੱਚ ਇੱਕੋ ਗੱਲ ਆਈ ਵੀ ਭਾਈ ਇਹ ਸਦਾ ਪੱਗ ਨੂੰ ਹੀ ਹੱਥ ਪਾ ਲਿਆ ਹੁਣ, ਤੇ ਵਿਸ਼ੇ ਤੋਂ ਥੋੜਾ ਇਸ ਕਰਕੇ ਬਾਹਰ ਚਲੇ ਗਏ। ਗੁਰੂ ਕੇ ਪਹਿਲੇ ਰਾਜ ਆ ਨਾ, ਰਾਜ ਵੇਖੋ, ਜਿੱਥੇ ਰਾਜ ਜਿਨ੍ਹਾਂ ਦਾ ਹੁੰਦਾ ਨਾ ਉਹਨਾਂ ਦੀ ਜੈ ਜੈਕਾਰ ਆ। ਇੱਥੇ ਨਵਾਂ ਸਾਲ ਕਦੇ ਲਈ ਮਨਾਉਣਾ, ਇਹਨਾਂ ਦਾ ਰਾਜ ਆ। ਹਿੰਦੁਸਤਾਨ ਦੇ ਵਿੱਚ ਇਹਨਾਂ ਦਾ ਪ੍ਰਭਾਵ ਆ। ਹਿੰਦੁਸਤਾਨੀ ਨੂੰ ਪਤਾ ਨਹੀਂ ਵੀ ਸਾਡਾ ਮਹੀਨਾ ਤੇ ਚੇਤ ਤੋਂ ਸ਼ੁਰੂ ਹੋਣ ਡਿਆ ਭਾਈ। ਹੁਣ ਤਾਂ ਮੇਰੇ ਕੋਲ ਬਹੁਤਿਆਂ ਨੂੰ ਭਾਈ ਨਾ ਹੀ ਪਤਾ ਹੋਵੇ। ਗੁਸਤਾਖੀ ਮਾਫ। ਜਿਹੜੇ 12 ਮਾਹ ਮਹਾਰਾਜ ਨੇ, ਗੁਰੂ ਨਾਨਕ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ 'ਚ ਤੁਖਾਰੀ ਰਾਗ 'ਚ ਦਰਜ ਕੀਤਾ, ਮਾਝ ਰਾਗ ਵਿੱਚ ਗੁਰੂ ਅਰਜੁਨ ਸਾਹਿਬ ਨੇ ਦਰਜ ਕੀਤਾ, ਤੇ ਦੋਵਾਂ ਦੇ ਵਿੱਚ ਪਹਿਲਾ ਮਾਹ ਜਿਹੜਾ ਵਾ ਉਹ ਮਾਝ ਹੀ ਆ, ਚੇਤ। ਚੇਤ ਤੇ ਮੈਂ ਬੇਨਤੀ ਕਰਾਂ, ਚੇਤ ਦਾ ਮਹੀਨੇ ਦਾ ਪਤਾ ਹੀ ਨਹੀਂ ਕਿਸੇ ਨੂੰ ਵੀ ਸਾਡਾ ਕੈਲੰਡਰ ਇੱਥੋਂ ਸ਼ੁਰੂ ਹੋਇਆ ਸੀਗਾ, ਪਰ ਸਾਨੂੰ ਇੰਨਾ ਜ਼ਰੂਰ ਚੇਤਾ ਵੀ 1 ਤਰੀਕ ਨੂੰ ਦਸੰਬਰ ਨੂੰ ਨਵਾਂ ਸਾਲ ਚੜ੍ਹਨਾ। ਚਲੋ ਸਬੱਬ ਆ, ਮੈਂ ਬੇਨਤੀ ਕਰਾਂ ਕਿਸੇ ਵੀ ਬਹਾਨੇ ਰੱਬ ਦਾ ਨਾਂ ਲੈਂਦੇ, ਪਰ ਸਾਨੂੰ ਆਪਣੀ ਚੀਜ਼ ਤੇ ਵਿਸਰੀ ਹੋਈ ਹੈ ਨਾ, ਆਪਣਾ ਤੇ ਸਾਨੂੰ ਵਿਸਰਿਆ ਨਾ। ਗੁਰੂ ਕੇ ਪਿਆਰੇ, ਗੁਰੂ ਕਿਰਪਾ ਕਰੇ ਗੁਰੂ ਕੇ ਪਿਆਰੇ। ਸਮਾਂ ਬਹੁਤ ਹੋ ਗਿਆ, ਬੇਨਤੀਆਂ ਕਰਦੇ ਆ, ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀ ਹੋ ਗਿਆ। ਥੋੜਾ ਵਿਸ਼ੇ ਤੋਂ ਬਾਹਰ ਇਸ ਕਰਕੇ ਹੋ ਗਏ ਕਿ ਮਨ ਦੇ ਵਿੱਚ ਕੱਲ੍ਹ ਦਾ ਹੀ ਜਦੋਂ ਦੀ ਵੀਡੀਓ ਵੇਖੀ ਆ ਨਾ, ਉਦੋਂ ਦਾ ਮਨ ਦੇ ਵਿੱਚ ਇੱਕੋ ਵਿਚਾਰ ਆਉਂਦਾ ਵੀ ਭਾਈ ਸਿੱਖ ਨਹੀਂ ਕਦੀ ਕਿਸੇ ਦੀ ਬੇਅਦਬੀ ਕਰਦਾ,
ਮੈਂ ਨਹੀਂ ਕਦੀ ਵੇਖਿਆ ਵੀ ਕੋਈ ਅੰਮ੍ਰਿਤਧਾਰੀ ਸਿੱਖ ਕਿਸੇ ਦਾ ਗ੍ਰੰਥ ਪਾੜਦਾ ਹੋਵੇ। ਕਿਸੇ ਦੇ ਜਦੋਂ ਬੇਨਤੀ ਕਰਾਂ ਸਰਹੰਦ ਦੀ ਇੱਟ ਨਾ ਇੱਟ ਖੜਕਾਈ ਨਾ, ਤੇ ਬਾਬਾ ਬੰਦਾ ਬਹਾਦਰ ਸਾਹਿਬ ਨੇ ਵੇਖਿਆ ਵੀ ਇੱਕ ਸਾਹਮਣੇ ਮਸਜਿਦ ਆ, ਕਹਿੰਦੇ ਮੈਨੂੰ ਮਸਜਿਦ ਨਹੀਂ ਢਾਉਣੀ। ਵੇਖੋ ਬੇਨਤੀ, ਕਹਿੰਦੇ ਮਸਜਿਦ ਨਹੀਂ ਢਾਉਣੀ, ਸਾਰੀ ਨਗਰੀ ਮਲੀਆ ਮਿੱਟ ਕਰ ਦੋ ਪਰ ਮਸਜਿਦ ਨੂੰ ਨਹੀਂ ਢਾਉਣਾ। ਕਿਉਂ? ਕਹਿੰਦੇ ਇਹ ਵੀ ਰੱਬ ਦਾ ਘਰ ਆ। ਇੱਥੋਂ ਵੀ ਉਹਦੇ ਨਾਮ ਦੀ ਅੱਲਾਹੂ ਅਕਬਰ, ਇਹ ਰੱਬ ਤੂੰ ਇੱਕ ਆ ਤੇ ਸਭ ਤੋਂ ਵੱਡਾ ਵਾਂ। ਤੇ ਅਸੀਂ ਵੀ ਕਹਿੰਦੇ ਇੱਕ ਓੰਕਾਰ, ਇਹ ਪ੍ਰਮਾਤਮਾ ਤੂੰ ਇੱਕ ਆ, ਅਦੁੱਤੀ ਆ, ਤੇਰੇ ਵਰਗਾ ਦੂਜਾ ਕੋਈ ਨਹੀਂ, ਤੂੰ ਸਭ ਤੋਂ ਵੱਡਾ ਵਾਂ। ਸਾਡੇ ਘਰੋਂ ਵੀ ਉਹ ਹੀ ਆਵਾਜ਼ ਨਿਕਲਦੀ ਆ। ਤੇ ਬਾਬਾ ਬੰਦਾ ਸਾਹਿਬ ਬਹਾਦਰ ਨੇ ਮਸਜਿਦ ਨਹੀਂ ਸੀ ਢਾਉਣ ਦਿੱਤੀ। ਗੁਰੂ ਕੇ ਪਿਆਰਿਓ, ਸਿੱਖ ਕਦੀ ਵਾਰ ਨਹੀਂ ਕਰਦਾ, ਤੇ ਪਰ ਜਦੋਂ ਵਾਰ ਹੁੰਦਾ ਨਾ ਤਾਂ ਉਹਦਾ ਜਵਾਬ ਵੀ ਦੇਣਾ ਹੁੰਦਾ। ਪਰ ਸਿੱਖ ਤੇ ਇੱਕੋ ਥਾਂ ਥੋੜੀ ਜਿਹੀ ਮਾਰ ਹੀ ਕਰ ਰਹੇ ਆ ਕਿ ਬਾਣੀ ਤੇ ਬਾਣਾ ਵਿਸਰ ਗਿਆ ਵਾ। ਬਾਣੀ ਤੇ ਬਾਣਾ, ਜਿਸ ਦਿਨ ਬਾਣੀ ਤੇ ਬਾਣੇ ਨਾਲ ਸਿੱਖ ਮਾਰ, ਉਦਣ ਵੀ ਬੇਨਤੀ ਕੀਤੀ ਵੀ ਜਿੱਦਣ ਨਿਤਨੇਮ ਕੋਲ ਆ ਜਾਂਦਾ ਨਾ, ਮੈਂ ਬੇਨਤੀ ਕਰਾਂ ਤੋਰਾ ਤੁਰ ਪੈਂਦਾ ਜੇ। ਸਿਮਰਨ ਤੇ ਲਾਗੇ ਜਿਨ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਜਿੱਦਣ ਸਿਮਰਨ ਤੇ ਬੰਦਾ ਲੱਗ ਜਾਂਦਾ ਜੇ ਨਾ, ਉਹ ਦਿਨ ਤੁਰ ਪੈਂਦਾ ਜੇ। ਫਿਰ ਬਾਣੀ ਵੀ ਮਿਲੂ ਤੇ ਬਾਣਾ ਵੀ ਮਿਲੂਗਾ। ਮੈਂ ਕਈ ਸਿੱਧਾ ਨਹੀਂ ਕਹਿੰਦਾ ਵੀ ਅੰਮ੍ਰਿਤ ਛਕ ਲਓ, ਮੈਂ ਕਹਿੰਦਾ 2-4 ਸਾਲ ਨਿਤਨੇਮ ਕਰ, ਜੇ ਦੌੜ ਜਾਏਗਾ ਕਿਤੇ ਗੁਰੂ ਤੋਂ ਤੇ ਗੱਲ ਕਰੀ। ਤੈਨੂੰ ਗੁਰੂ ਨੇ ਆਪ ਹੀ ਨਹੀਂ ਕਦੇ ਜਾਣ ਦੇਣਾ। ਤੂੰ ਨਿਤਨੇਮ ਤੇ ਕਰ 2-4 ਸਾਲ, ਤੂੰ ਆਪਣੇ ਆਪ ਅੰਮ੍ਰਿਤ ਛਕਣਾ ਵਾ, ਤੂੰ ਆਪ ਗੁਰੂ ਦਾ ਹੋ ਜਾਣਾ ਵਾ। ਕਿਉਂ? ਬਾਣੀ ਦੇ ਵਿੱਚ ਤਾਕਤ ਹੀ ਇੰਨੀ ਆ ਗੁਰੂ ਕੇ ਪਿਆਰਿਓ। ਜਾਂ ਵਿਕਾਰ ਰਹੂਗਾ ਤੇ ਜਾਂ ਨਿਰੰਕਾਰ ਰਹੂਗਾ। ਗੁਰੂ ਕਿਰਪਾ ਕਰੇ ਗੁਰੂ ਕੇ ਪਿਆਰਿਓ। ਨਿਰੰਕਾਰ ਵੱਡਾ, ਵਿਕਾਰ ਵੱਡਾ ਨਹੀਂ। ਰਾਮ ਵੱਡਾ, ਕਾਮ ਵੱਡਾ ਨਹੀਂ। ਨਿਰੰਕਾਰ ਵੱਡਾ, ਹੰਕਾਰ ਵੱਡਾ ਨਹੀਂ। ਜਦੋਂ ਬਾਣੀ ਨਾਲ ਜੁੜੋਗੇ ਨਾ, ਇਹ ਅੰਦਰੋਂ ਚਲੇ ਜਾਣਗੇ ਤੇ ਗੁਰੂ ਕਿਰਪਾ ਕਰੇਗਾ। ਆਪ ਗੁਰੂ ਨਾਲ ਜੁੜੋਗੇ। ਬੇਨਤੀਆਂ ਕਰਦੇ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰ ਤਾ ਪਾਇਆ ਸਹਿਜ ਸੇਤੀ। ਰਾਗ ਰਤਨ ਪਰਵਾਰ ਪਰੀਆਂ, ਸ਼ਬਦੋ ਤਗਾਵੋ ਹਰੀ ਕੇਰਾ ਮਨ ਜਿਨੀ। ਕਹਿ ਨਾਨਕ ਆਨੰਦ ਹੋਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ। ਹਰ ਨਾਲ ਰਹੋ ਤੂੰ ਮਨ ਮੇਰੇ, ਅੰਗੀਕਾਰੋ ਕਰੇ ਤੇਰਾ। ਸਭਨਾ ਗੱਲਾਂ ਸਮਰੱਥ ਸੁਆਮੀ। ਕਹਿ ਨਾਨਕ ਮਨ ਮੇਰੇ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ। ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਸੋ। ਸਦਾ ਸਿਫਤ ਸਲਾਹ ਤੇਰੀ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ। ਸਾਚਾ ਸਾਚ ਨਾਮ ਆਧਾਰ ਮੇਰਾ ਜਿਨ। ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸਾਚਾ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਕਲਾ ਜਿਤ ਕਰ ਧਾਰਿਆ, ਪੰਚ ਦੂਤ ਤੁਧ ਵਸ ਕੀਤੇ। ਤੁਰ ਕਰਮ ਪਾਇਆ ਤੁਧ ਜਿਨ, ਕੋ ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਅਨੰਦ ਸੁਣੋ ਵਡ ਭਾਗਿਓ। ਪਾਰ ਬ੍ਰਹਮ ਪ੍ਰਭ ਪਾਇਆ,
ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਸੁਣਤੇ ਪੁਨੀਤ ਕਹਤੇ ਪਵਿੱਤ ਬਿਨਵੰਤ ਨਾਨਕ ਗੁਰ ਚਰਨ ਲਾਗੇ ਸਲੋ ਪਵਨ ਗੁਰੂ ਪਾਣੀ ਪਿਤਾ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਕਰਮੀ ਆਪੋ ਆਪਣੀ ਜਿਨੇ ਨਾਮ ਧਿਆਇਆ ਗਏ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਜਿਨੀ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।